ना मेरा जिहड़ा शौक है जिहड़ा क्रिएटिविटी का मेरा बचपन का ही शौक है और परमात्मा की कृपा ने नाल ना मैनू मतलब मैनू काम भी ऐसा ही मिल गया। जिहड़ा स्वच्छ अभियान जिहड़ा साडा 2014 तो जिहड़ा प्रधानमंत्री जी का ड्रीम प्रोजेक्ट है साडे देश दे विच चल रहा स्वच्छ, ये प्रोजेक्ट भी असी स्वच्छ अभियान के तहत ही असी तैयार किया है। और ਇਹਦੇ ਵਿੱਚ ਜਿੰਨਾ ਵੀ ਇਸ ਕੈਫੇ ਦਾ ਨਾਮ ਹੀ ਰੀਸਾਈਕਲ ਕਾਫੀ ਰੱਖਿਆ। ਉਹਦਾ ਮਤਲਬ ਵੀ ਹੈ ਜਿਹੜਾ ਇਹਦੇ ਵਿੱਚ ਜਿੰਨਾ ਵੀ ਮਟੀਰੀਅਲ ਯੂਜ਼ ਕੀਤਾ ਗਿਆ ਕੋਈ ਫਰੈਸ਼ ਮਟੀਰੀਅਲ ਨਹੀਂ ਹੈ, ਸਾਰਾ ਰੀਸਾਈਕਲੇਬਲ ਮਟੀਰੀਅਲ। ਇਹ ਕਨਸੈਪਟ ਜਿਹੜਾ ਆ ਉਹ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਡੇ ਬੌਸ ਜਿਹੜੇ ਨੇ ਉਹਨਾਂ ਦੇ ਦਿਮਾਗ 'ਚ ਆਇਆ। ਜਿਹੜੇ ਸਾਡੇ ਕਮਿਸ਼ਨਰ ਨੇ ਆਦਿਤਿਆ ਉੱਪਲ ਜੀ IAS, ਇਹ ਉਹਨਾਂ ਦੇ ਦਿਮਾਗ 'ਚ ਸੀ। ਉਹਨਾਂ ਨੇ ਮੈਨੂੰ ਇਹ ਟਾਸਕ ਦਿੱਤਾ ਕਿ ਅਸੀਂ ਇਹ ਇੱਕ ਨਾ ਕੈਫੇ ਤਿਆਰ ਕਰਨਾ, ਉਹ ਕਰਨਾ ਵੀ ਸਾਰਾ ਰੀਸਾਈਕਲੇਬਲ ਮਟੀਰੀਅਲ ਤੋਂ ਮਤਲਬ ਵੇਸਟ ਤੋਂ ਤਿਆਰ ਕਰਨਾ। ਅਤੇ ਉਹਨਾਂ ਨੇ ਮਤਲਬ ਫਿਰ ਉਹਨਾਂ ਦੇ ਅਸੀਂ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹਦੀ ਰੂਪਰੇਖਾ ਤਿਆਰ ਕੀਤੀ। ਨੀਅਰ ਅਬਾਊਟ ਸਾਨੂੰ 7 ਮੰਥ ਹੋ ਗਏ, ਅੱਜ 7ਵਾਂ ਮਹੀਨਾ ਹੋ ਗਿਆ। ਅਸੀਂ ਇਹਦੇ 'ਤੇ ਅਜੇ ਕੰਮ ਸਾਡਾ ਆਲਮੋਸਟ 90% ਕੰਮ ਹੋ ਗਿਆ ਇਹਦੇ ਉੱਤੇ। ਅਤੇ ਹੁਣ ਬਸ ਇਹਨੂੰ ਅੱਗੇ ਅਸੀਂ ਇੱਕ ਐਂਟਰਪ੍ਰੇਨਿਓਰ ਮਾਡਲ ਬਣਾ ਕੇ ਇਹਨੂੰ ਕਿਸੇ ਨਾ ਕਿਸੇ ਅਸੀਂ ਗਰੁੱਪ ਨੂੰ ਦੇਵਾਂਗੇ ਤਾਂ ਕਿ ਇਹਦੇ ਵਿੱਚ ਰੁਜ਼ਗਾਰ ਜਿਹੜਾ ਲੋਕਾਂ ਨੂੰ ਮਿਲੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਕਵਲਜੀਤ ਕੰਬੋਜ। ਇਸ ਵੇਲੇ ਅਸੀਂ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮੌਜੂਦ ਹਾਂ। ਸ਼ਾਹੀ ਸ਼ਹਿਰ ਪਟਿਆਲਾ ਜਿਹੜਾ ਬਾਗਾਂ ਦਾ ਸ਼ਹਿਰ ਮੰਨਿਆ ਜਾਂਦਾ, ਤਾਂ ਇੱਕ ਅਜਿਹਾ ਤੁਹਾਨੂੰ ਕੌਫੀ ਕੈਫੇ ਦਿਖਾਵਾਂਗੇ ਕਿਉਂਕਿ ਪਟਿਆਲਾ ਦੇ ਵਿੱਚ ਫੂਡ ਅਕਸਰ ਦੇਖਣ ਨੂੰ ਮਿਲਦਾ ਹੈ। ਵੱਖ-ਵੱਖ ਤਰ੍ਹਾਂ ਦੇ ਫੂਡ ਦੇਖਣ ਨੂੰ ਮਿਲਦੇ ਨੇ ਜਿਹੜੇ ਫੇਮਸ ਨੇ ਉਰੇ ਪਟਿਆਲਾ ਦੇ, ਚਾਹੇ ਮਦਰਾਸੀ ਡੋਸੇ ਦੀ ਗੱਲ ਕਰ ਲਈਏ, ਚਾਹੇ ਪਾਓ ਭਾਜੀ ਦੀ ਗੱਲ ਕਰ ਲਈਏ। ਤਾਂ ਹੁਣ ਤੁਹਾਨੂੰ ਇੱਕ ਅਜਿਹਾ ਕੌਫੀ ਕੈਫੇ ਦਿਖਾਵਾਂਗੇ ਜਿਹੜਾ ਕਿ ਨਗਰ ਨਿਗਮ ਦੇ ਐਕਸੀਅਨ ਦਲੀਪ ਕੁਮਾਰ ਉਹਨਾਂ ਦੀ ਤਰਫ ਤੋਂ ਬਣਾਇਆ ਗਿਆ। ਰੀਸਾਈਕਲ ਜਿਹੜੀ ਵਸਤੂਆਂ ਸੀਗੀਆਂ ਉਹਨਾਂ ਦਾ ਇਸਤੇਮਾਲ ਕਰਕੇ ਇਹ ਕੌਫੀ ਕੈਫੇ ਜਿਹੜਾ ਓਪਨ ਕੌਫੀ ਕੈਫੇ ਬਣਾਇਆ ਗਿਆ। ਤਸਵੀਰਾਂ ਤੁਸੀਂ ਇਹ ਦੇਖ ਰਹੇ ਹੋ ਕਿੱਦਾਂ ਰੀਸਾਈਕਲ ਕੈਫੇ। ਤਾਂ ਇਸ ਦਾ ਜਿਹੜਾ ਉਦਘਾਟਨ ਹਾਲੇ ਹੋਣਾ ਬਾਕੀ ਹੈ, ਲੇਕਿਨ ਕਹਿ ਸਕਦੇ ਹਾਂ ਕਿ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ। ਤੁਹਾਨੂੰ ਇਸ ਓਪਨ ਕੌਫੀ ਕੈਫੇ ਦੀਆਂ ਤਸਵੀਰਾਂ ਜੇਕਰ ਦਿਖਾਈਏ ਤਾਂ ਜਿਨ੍ਹਾਂ ਰੀਸਾਈਕਲ ਜਿਹੜੀਆਂ ਵੇਸਟ ਵਸਤੂਆਂ ਸੀਗੀਆਂ ਤਾਂ ਉਸ ਤੋਂ ਇਸ ਕੌਫੀ ਕੈਫੇ ਨੂੰ ਬਣਾਇਆ ਗਿਆ। ਚਾਹੇ ਉਹ ਸਾਈਕਲ ਦੀ ਗੱਲ ਕਰ ਲਈਏ, ਚਾਹੇ ਟਾਇਰ ਦੀ ਗੱਲ ਕਰ ਲਈਏ, ਚਾਹੇ ਵੇਸਟ ਬੋਤਲਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਤੋਂ ਇਹ ਕੌਫੀ ਕੈਫੇ ਤਿਆਰ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਪਾਸੇ ਦੀ ਤਸਵੀਰ ਦਿਖਾਵਾਂਗਾ ਕਿ ਐਂਟਰੈਂਸ 'ਤੇ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਸਾਈਕਲ ਸੀਗਾ ਇਹ ਪੂਰਾ ਜਲ ਲੱਗ ਚੁੱਕੀ ਸੀ। ਇਸ ਨੂੰ ਜਿਹੜਾ ਕਲਰ ਕਰਕੇ ਇਸ ਨੂੰ ਜਿਹੜਾ ਇਸਤੇਮਾਲ ਕੀਤਾ ਗਿਆ ਇਸ ਥਾਂ ਦੇ ਉੱਪਰ। ਗੱਲਬਾਤ ਕਰਾਂਗੇ, ਸਾਡੇ ਨਾਲ ਦਲੀਪ ਕੁਮਾਰ ਹੋਣੀ ਵੀ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਸਵਾਗਤ ਹੈ ਜਗਬਾਣੀ ਟੀਵੀ ਤੇ। ਥੈਂਕ ਯੂ। ਮਾਈ ਸੈਲਫ ਦਲੀਪ ਕੁਮਾਰ, ਮੈਂ ਨਗਰ ਨਿਗਮ 'ਚ ਬਤੌਰ ਐਕਸੀਅਨ ਮੈਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਅਤੇ ਮੈਨੂੰ ਮਤਲਬ ਆਪਣੀ ਸੇਵਾ ਨਿਭਾਉਂਦੇ 24 ਸਾਲ ਹੋ ਗਏ ਆ। ਔਰ ਮੈਂ ਇਹ ਜਿਹੜਾ ਕੰਮ ਹੈ ਇਹ ਮੇਰੇ ਇਕੱਲੇ ਮੈਂ ਨਹੀਂ ਕੀਤਾ, ਮੇਰੀ ਟੀਮ ਨੇ ਮਿਲ ਕੇ ਅਸੀਂ ਸਾਰਿਆਂ ਨੇ ਕੰਮ ਕੀਤਾ ਹੈ। ਮੈਂ ਕਹਾਂਗਾ ਸਰ 24 ਸਾਲ ਦਾ ਤਜਰਬਾ ਤੁਸੀਂ ਕਹਿ ਰਹੇ ਹੋ ਤੁਹਾਨੂੰ ਡਿਊਟੀ ਕਰਦੇ ਹੋਏ ਹੋ ਚੁੱਕਿਆ ਹੈ ਨਾ, ਤਾਂ 24 ਸਾਲ ਦਾ ਤਜਰਬਾ ਅੱਜ ਉਰੇ ਦੇਖਣ ਨੂੰ ਮਿਲ ਰਿਹਾ ਹੈ ਕਿ ਪੂਰਾ ਤੁਸੀਂ ਬਾਗੋ ਬਾਗ ਕਰ ਦਿੱਤਾ ਹੈ ਇਸ ਕੌਫੀ ਕੈਫੇ ਨੂੰ ਓਪਨ ਕੌਫੀ ਕੈਫੇ ਬਣਾ ਕੇ। ਬਿਲਕੁਲ ਹਾਂ, ਕਹਿ ਸਕਦੇ ਹੋ। ਬਟ ਇਹ ਨਾ ਮੇਰਾ ਜਿਹੜਾ ਸ਼ੌਕ ਹੈ ਜਿਹੜਾ ਕ੍ਰੀਏਟੀਵਿਟੀ ਦਾ ਮੇਰਾ ਬਚਪਨ ਦਾ ਹੀ ਸ਼ੌਕ ਹੈ ਔਰ ਪ੍ਰਮਾਤਮਾ ਦੀ ਕਿਰਪਾ ਨੇ ਨਾਲ ਨਾ ਮੈਨੂੰ ਮੈਨੂੰ ਕੰਮ ਵੀ ਐਸਾ ਹੀ ਮਿਲ ਗਿਆ। ਔਰ ਮੇਰੀ ਜਿਹੜਾ ਸਬਜੈਕਟ ਵੀ ਹਾਰਟੀਕਲਚਰ ਹੈ, ਜਿਹਦੇ ਵਿੱਚ ਵੈਸੇ ਵੀ ਲੈਂਡਸਕੇਪਿੰਗ ਦਾ ਕੰਮ ਹੁੰਦਾ ਵੀ ਕ੍ਰੀਏਟੀਵਿਟੀ ਦਾ। ਔਰ ਨਾਲ ਅੱਜ ਕੱਲ੍ਹ ਅਸੀਂ ਵੇਸਟ ਜਿਹੜਾ ਸਵੱਛ ਅਭਿਆਨ ਜਿਹੜਾ ਸਾਡਾ 2014 ਤੋਂ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਡਰੀਮ ਪ੍ਰੋਜੈਕਟ ਹੈ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਸਵੱਛ, ਇਹ ਪ੍ਰੋਜੈਕਟ ਵੀ ਅਸੀਂ ਸਵੱਛ ਅਭਿਆਨ ਦੇ ਤਹਿਤ ਹੀ ਅਸੀਂ ਤਿਆਰ ਕੀਤਾ ਹੈ। ਔਰ ਇਹਦੇ ਵਿੱਚ ਜਿੰਨਾ ਵੀ ਇਸ ਕੈਫੇ ਦਾ ਨਾਮ ਹੀ ਰੀਸਾਈਕਲ ਕਾਫੀ ਰੱਖਿਆ। ਉਹਦਾ ਮਤਲਬ ਵੀ ਹੈ ਜਿਹੜਾ ਇਹਦੇ ਵਿੱਚ ਜਿੰਨਾ ਵੀ ਮਟੀਰੀਅਲ ਯੂਜ਼ ਕੀਤਾ ਗਿਆ ਕੋਈ ਫਰੈਸ਼ ਮਟੀਰੀਅਲ ਨਹੀਂ ਹੈ, ਸਾਰਾ ਰੀਸਾਈਕਲੇਬਲ ਮਟੀਰੀਅਲ ਹੈ। ਤੇ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਸਾਰਾ ਦਾ ਸਾਰਾ ਮਟੀਰੀਅਲ ਜਿੰਨੇ ਦੀ ਵਰਤੋਂ ਹੋਈ ਹੈ ਇਸ ਕੌਫੀ ਕੈਫੇ ਨੂੰ ਬਣਾਉਣ ਦੇ ਵਿੱਚ ਤਾਂ ਉਹ ਰੀਸਾਈਕਲ ਮਟੀਰੀਅਲ ਤੋਂ ਤਿਆਰ ਕੀਤਾ ਗਿਆ। ਚਾਹੇ ਉਹ ਬੋਟਲਸ ਦੀ ਗੱਲ ਕਰ ਲਈਏ, ਚਾਹੇ ਜਰ ਲੱਗੇ ਹੋਏ ਸਾਈਕਲ ਦੀ ਗੱਲ ਕਰ ਲਈਏ, ਚਾਹੇ ਟਾਇਰ ਦੀ ਗੱਲ ਕਰ ਲਈਏ, ਚਾਹੇ ਲੱਕੜ ਦੀ ਗੱਲ ਕਰ ਲਈਏ, ਤਾਂ ਜਿੰਨਾ ਰੀਸਾਈਕਲ ਮਟੀਰੀਅਲ ਸੀਗਾ, ਜਿਹੜਾ ਵੀ ਰੀਸਾਈਕਲ ਮਟੀਰੀਅਲ ਸੀਗਾ ਉਸਦੀ ਕਿਤੇ ਨਾ ਕਿਤੇ ਵਰਤੋਂ ਜਿਹੜੀ ਆ ਇਸ ਕੌਫੀ ਕੈਫੇ ਨੂੰ ਬਣਾਉਣ ਦੇ ਵਿੱਚ ਜ਼ਰੂਰ ਕੀਤੀ ਗਈ ਹੈ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਰ ਇਸ ਸਾਈਕਲ ਦੀ ਗੱਲ ਕਰਾਂਗੇ। ਜਿਹੜਾ ਇਹ ਸਾਈਕਲ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਇਸ ਦੇ ਵਿੱਚ ਪੌਦੇ ਲਗਾਏ ਹੋਏ ਨੇ, ਤਾਂ ਇਹ ਵੀ ਦਿਖ ਰਿਹਾ ਇਹ ਕਿਸ ਤਰ੍ਹਾਂ ਮਤਲਬ ਆਪਾਂ ਨੂੰ ਕਲੈਕਟ ਹੋਇਆ ਸੀਗਾ। ਇਹ ਸਾਈਕਲ ਐਕਚੁਅਲੀ ਕਬਾੜ 'ਚ ਪਿਆ ਸੀਗਾ। ਜੇ ਸਪੋਜ਼ ਇਹ ਸਾਈਕਲ ਹੁਣ ਇਹ ਬਿਲਕੁਲ ਕੰਮ ਦਾ ਨਹੀਂ ਹੈ ਸਾਈਕਲ, ਹੁਣ ਇਹਨੂੰ ਅਸੀਂ ਮਾਰਕੀਟ 'ਚ ਵੇਚਣ ਜਾਵਾਂਗੇ
ਤੇ ਹਾਰਡਲੀ ਤੁਹਾਨੂੰ ਇਹਦਾ 100-150 ਰੁਪਿਆ ਮਿਲੇਗਾ। ਬਟ ਹੁਣ ਇੱਥੇ ਕੈਫੇ ਦੇ ਵਿੱਚ ਇਹ ਦੇਖੋ ਬਿਊਟੀ ਦਾ ਇੱਕ ਸਿੰਬਲ ਬਣ ਗਿਆ ਸਾਡੇ ਕੋਲ। ਇਹਨੂੰ ਇਹਦੇ ਵਿੱਚ ਅਸੀਂ ਆਲੇ ਦੁਆਲੇ ਇਹਦੇ ਅਸੀਂ ਬਾਸਕਟ ਲਗਾ ਕੇ ਇਹਦੇ ਵਿੱਚ ਬੜੇ ਅੱਛੇ ਬਿਊਟੀਫੁਲ ਫਲਾਵਰਸ ਵਰਬੀਨਾ ਦੇ ਫਲਾਵਰਸ ਲਗਾਤੇ ਆ। ਜਦੋਂ ਇਹ ਫਲਾਵਰ ਬਲੂਮਸ ਕਰਨਗੇ ਤੇ ਇਹ ਇੱਕ ਬੜਾ ਵਧੀਆ ਸੈਲਫੀ ਪੁਆਇੰਟਸ ਬਣ ਜਾਏਗਾ ਸਾਡੇ ਲਈ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਜਿਹੜੇ ਪਿੱਛੇ ਤੁਸੀਂ ਆ ਦੇਖ ਰਹੇ ਹੋ ਵਰਟੀਕਲ ਗਾਰਡਨ ਜਿਹੜੇ ਪੌਟਸ ਟੰਗੇ ਨੇ, ਇਹ ਪੌਟਸ ਜਿਹੜੇ ਆ ਇਹ ਮਤਲਬ ਇਹ ਕੋਈ ਫਰੈਸ਼ ਮਟੀਰੀਅਲ ਤੋਂ ਨਹੀਂ ਬਣੇ। ਪੌਟਸ ਜਿਹੜੇ ਆ ਸਾਡੀ ਜਿਹੜੀ 5 ਲੀਟਰ ਦੀ ਜਿਹੜੀ ਆਇਲ ਕੈਨ ਹੁੰਦੀ ਜਿਹਨੂੰ ਰਸੋਈ ਬ੍ਰਾਂਡ ਦੀਆਂ ਜਿਹੜੀਆਂ ਆਉਂਦੀਆਂ, ਇਹ ਸਾਨੂੰ ਕਬਾੜ 'ਚ ਮਿਲੀਆਂ ਸੀ ਤੇ ਉਹਨੂੰ ਹੀ ਅਸੀਂ ਮਤਲਬ ਦੇਖੋ ਉਹਨੂੰ ਪੇਂਟ ਪਾਲਿਸ਼ ਕਰਕੇ ਸਾਫ਼ ਕਰਕੇ ਉਹਨੂੰ ਵਧੀਆ ਇੱਕ ਪੌਟ ਦੀ ਸ਼ੇਪ ਦੇ ਕੇ ਉੱਤੇ ਡਿਜ਼ਾਈਨਿੰਗ ਕਰਕੇ ਆਰਟ ਵਰਕ ਕਰਕੇ ਤੇ ਇੱਥੇ ਹੈਂਗ ਕੀਤਾ ਤੇ ਇਹਦੀ ਡਿਜ਼ਾਈਨਿੰਗ ਦਾ ਹੀ ਮੁੱਲ ਹੈ। ਤੇ ਤੁਸੀਂ ਦੇਖੋ ਕਿੰਨੀ ਬਿਊਟੀ ਇਹ ਦੇ ਰਿਹਾ ਇਸ ਕਾਰਨਰ ਦੇ ਵਿੱਚ। ਸਭ ਤੋਂ ਜ਼ਿਆਦਾ ਇਸ ਕਾਰਨਰ ਨੂੰ ਬਿਊਟੀਫਾਈ ਕਰਨ ਦੇ ਵਿੱਚ ਇਹ ਪੌਟਸ ਦਾ ਜ਼ਿਆਦਾ ਅਟਰੈਕਟਿਵ ਲੱਗ ਰਹੀਆਂ ਨੇ, ਪੌਟਸ ਹੀ ਅਟਰੈਕਟਿਵ ਲੱਗ ਰਹੇ ਨੇ। ਉਹ ਪਿੱਛੇ ਤੁਸੀਂ ਵੀਲ ਕਾਟ ਦੇਖ ਰਹੇ ਹੋ, ਇਹ ਵੀਲ ਕਾਟ ਵੀ ਥੱਲਿਓਂ ਸਾਰੀ ਮਤਲਬ ਇਹ ਜਰ ਦੇ ਨਾਲ ਖਤਮ ਹੋ ਗਈ ਸੀ। ਇਹਨੂੰ ਦੁਬਾਰਾ ਪੇਂਟ ਕਰਕੇ ਇਹਨੂੰ ਰਿਵਾਈਵ ਕੀਤਾ ਗਿਆ ਔਰ ਇਹਨੂੰ ਇੱਕ ਦੇਖੋ ਖੂਬਸੂਰਤ ਇਹ ਵੀ ਇੱਕ ਮਤਲਬ ਫੁੱਲਾਂ ਦੀ ਇੱਕ ਟਰਾਲੀ ਬਣ ਜਾਏਗੀ। ਜਦੋਂ ਇਹਦੇ 'ਚ ਬਲੂਮਿੰਗ ਹੋਏਗੀ ਫੁੱਲ ਨੀਚੇ ਲਟਕਣਗੇ ਤੇ ਹੋਰ ਵੀ ਬਿਊਟੀਫੁਲ ਲੱਗੇਗੀ। ਤਾਂ ਬਿਲਕੁਲ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹੈ ਕਿ ਜਿਹੜੀ ਇਹ ਬੋਟਲਸ ਜਿਹੜੀਆਂ ਨੇ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਹਰਿਆਲੀ ਪੌਦੇ ਲਗਾਏ ਗਏ ਨੇ। ਤਾਂ ਇਹ ਜਿਹੜੀ ਘਰਾਂ ਦੇ ਵਿੱਚ ਆਪਾਂ ਰਸੋਈ ਦੇ ਵਿੱਚ ਜਿਹੜੀ ਤੇਲ ਦੀ ਬੋਤਲਾਂ ਯੂਜ਼ ਕਰਦੇ ਹਾਂ ਤਾਂ ਉਸ ਤੋਂ ਇਸ ਨੂੰ ਬਣਾਇਆ ਗਿਆ ਹੈ। ਤਾਂ ਅੱਗੇ ਸਰ ਜਿਸ ਤਰ੍ਹਾਂ ਦਿਖ ਰਿਹਾ ਕਿ ਟਾਇਰ ਵੀ ਲੱਗੇ ਹੋਏ ਨੇ, ਟਾਇਰ ਦੇ ਵਿੱਚ ਵੀ ਤੁਸੀਂ ਪੌਦੇ ਲਗਾਏ ਹੋਏ ਨੇ। ਹਾਂਜੀ ਹਾਂਜੀ, ਇਹ ਟਾਇਰ ਵੀ ਜਿਹੜੇ ਆ ਨਾ ਜੀ ਸਾਡੀ ਵਰਕਸ਼ਾਪ ਆ ਕਾਰਪੋਰੇਸ਼ਨ ਦੀ, ਉਹ ਵਰਕਸ਼ਾਪ ਦਾ ਜਿਹੜਾ ਸਕ੍ਰੈਪ ਯਾਰਡ ਹੈ ਸਾਰੇ ਟਾਇਰ ਉੱਥੋਂ ਹੀ ਕਲੈਕਟ ਕੀਤੇ ਆ। ਤੇ ਇਹ ਟਾਇਰ ਆਮ ਤੌਰ ਤੇ ਕੀ ਹੁੰਦਾ ਹੈ ਕਿ ਇਹ ਜਦੋਂ ਟਾਇਰ ਵੇਸਟ ਹੋ ਜਾਂਦੇ ਆ ਤੇ ਇਹਨੂੰ ਇੱਕ ਥਾਂ ਤੇ ਇਕੱਠੇ ਕਰੇ ਜਾਂਦੇ ਆ, ਉਸ ਇੱਕ ਸਕ੍ਰੈਪ ਜੀ ਬਣ ਜਾਂਦੀ ਆ। ਜਦੋਂ ਅਸੀਂ ਇਹਨੂੰ ਵੇਚਦੇ ਆ ਤੇ ਇਹਦਾ ਕੁਝ ਨਹੀਂ ਮਿਲਦਾ। ਬਟ ਇੱਥੇ ਦੇਖੋ ਇਹ ਬਿਊਟੀਫੁਲ ਇੱਕ ਮਤਲਬ ਦੇਖੋ ਪੌਟਸ ਬਣ ਗਏ ਔਰ ਇਹਦੇ ਵਿੱਚ ਪੇਂਟ ਕਰਕੇ ਅਸੀਂ ਫਲਾਵਰਿੰਗ ਕਰਤੀ ਆ। ਨਾਲ ਹੀ ਤੁਸੀਂ ਇਹਦੇ ਦੇਖੋਗੇ ਜਿਹੜੀਆਂ ਲਾਈਟਾਂ ਨੇ ਇਹ ਵੀ ਬੇਕਾਰ PVC ਪਾਈਪਸ ਤੋਂ ਹੀ ਬਣਾਈਆਂ ਗਈਆਂ ਨੇ। ਔਰ ਇਸ ਜਿਹੜਾ ਕੈਫੇ ਦਾ ਸਾਡਾ ਮੋਟਿਵ ਇਹੀ ਆ ਕਿ ਇਹ ਜਿਹੜਾ ਕੈਫੇ ਦੇ ਵਿੱਚ ਜਿਹੜਾ ਰੀਸਾਈਕਲੇਬਲ ਮਟੀਰੀਅਲ ਯੂਜ਼ ਕੀਤਾ ਗਿਆ ਕਿ ਲੋਕ ਇਸ ਕੈਫੇ ਦੇ ਵਿੱਚ ਆਣ ਔਰ ਕੱਲਾ ਚਾਹ ਪਾਣੀ ਪੀਣ ਨਾ ਆਣ, ਇੱਥੋਂ ਕੁਛ ਨਾ ਕੁਛ ਸਿੱਖ ਕੇ ਜਾਣ। ਸਰ ਮਾਈਂਡ ਦੇ ਵਿੱਚ ਵੀ ਕਿਸ ਤਰ੍ਹਾਂ ਆਇਆ ਆਪਣੇ ਕਿ ਆਪਾਂ ਇਹ ਕੌਫੀ ਕੈਫੇ ਨੂੰ ਬਣਾਉਣਾ ਹੈ? ਇਹ ਸੈਟਅਪ ਕਿਸ ਤਰ੍ਹਾਂ ਆਇਆ ਆਪਣੇ ਦਿਮਾਗ ਦੇ ਵਿੱਚ? ਕਿਉਂਕਿ ਇਸ ਦੇ ਲਈ ਕਾਫੀ ਕੁਝ ਸੋਚਣਾ ਪੈਂਦਾ ਹੈ ਕਿ ਆਪਾਂ ਕਿਸ ਤਰ੍ਹਾਂ ਇਹਨੂੰ ਮੈਨੇਜ ਕਰਾਂਗੇ ਨਾ, ਕਿਸ ਤਰ੍ਹਾਂ ਆਪਣੇ ਨਾਲ ਲੋਕੀ ਸਾਥ ਦੇਣਗੇ, ਕਿਸ ਤਰ੍ਹਾਂ ਆਪਣਾ ਚੱਲੇਗਾ ਇਹ ਕੌਫੀ ਕੈਫੇ। ਇੰਨੇ ਸਮਾਨ ਦੀ ਵਰਤੋਂ ਹੋਣੀ, ਚਾਹੇ ਬੇਸ਼ੱਕ ਉਹ ਸਕ੍ਰੈਪ ਹੈ ਉਸ ਨੂੰ ਕਲੈਕਟ ਕਰਨਾ, ਫਿਰ ਇਸ ਤੇ ਕੰਮ ਕਰਨਾ ਪੂਰਾ, ਮਤਲਬ ਕਿਸ ਤਰ੍ਹਾਂ ਮਾਈਂਡ ਦੇ ਵਿੱਚ ਆਇਆ ਆਪਣੇ ਕੀ ਕਨਸੈਪਟ ਹੈ? ਇਹ ਕਨਸੈਪਟ ਜਿਹੜਾ ਆ ਇਹ ਸਾਡੇ ਮਾਨਯੋਗ ਕਮਿਸ਼ਨਰ ਸਾਡੇ ਬੌਸ ਜਿਹੜੇ ਨੇ ਉਹਨਾਂ ਦੇ ਦਿਮਾਗ 'ਚ ਆਇਆ। ਜਿਹੜੇ ਸਾਡੇ ਕਮਿਸ਼ਨਰ ਨੇ ਆਦਿਤਿਆ ਉੱਪਲ ਜੀ IAS, ਇਹ ਉਹਨਾਂ ਦੇ ਦਿਮਾਗ 'ਚ ਸੀ। ਉਹਨਾਂ ਨੇ ਮੈਨੂੰ ਇਹ ਟਾਸਕ ਦਿੱਤਾ ਕਿ ਅਸੀਂ ਇਹ ਇੱਕ ਨਾ ਕੈਫੇ ਤਿਆਰ ਕਰਨਾ, ਉਹ ਕਰਨਾ ਵੀ ਸਾਰਾ ਰੀਸਾਈਕਲੇਬਲ ਮਟੀਰੀਅਲ ਤੋਂ, ਮਤਲਬ ਵੇਸਟ ਤੋਂ ਤਿਆਰ ਕਰਨਾ। ਤੇ ਉਹਨਾਂ ਨੇ ਮਤਲਬ ਫਿਰ ਉਹਨਾਂ ਦੇ ਅਸੀਂ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹਦੀ ਰੂਪਰੇਖਾ ਤਿਆਰ ਕੀਤੀ ਔਰ ਇਹਦੇ ਤੇ ਮਤਲਬ ਵਰਕ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਪਹਿਲਾਂ ਸਕ੍ਰੈਪ ਇਕੱਠਾ ਕੀਤਾ, ਫਿਰ ਇਹਦੀ ਡਿਜ਼ਾਈਨਿੰਗ ਕੀਤੀ। ਡਿਜ਼ਾਈਨ ਕਰਨ ਤੋਂ ਬਾਅਦ ਫਿਰ ਇਹਨੂੰ ਜ਼ਮੀਨ ਤੇ ਇਹਨੂੰ ਉਤਾਰਨਾ ਸ਼ੁਰੂ ਕਰ ਦਿੱਤਾ। ਤੇ ਅੱਜ ਸਾਨੂੰ ਮਤਲਬ ਨੀਅਰ ਅਬਾਊਟ ਸਾਨੂੰ 7 ਮੰਥ ਹੋ ਗਿਆ, ਅੱਜ 7ਵਾਂ ਮਹੀਨਾ ਹੋ ਗਿਆ। ਅਸੀਂ ਇਹਦੇ ਤੇ ਅਜੇ ਕੰਮ ਸਾਡਾ ਆਲਮੋਸਟ 90% ਕੰਮ ਹੋ ਗਿਆ ਇਹਦੇ ਉੱਤੇ। ਤੇ ਹੁਣ ਬਸ ਇਹਨੂੰ ਅੱਗੇ ਅਸੀਂ ਇੱਕ ਐਂਟਰਪ੍ਰੈਨਿਓਰ ਮਾਡਲ ਬਣਾ ਕੇ ਇਹਨੂੰ ਕਿਸੇ ਨਾ ਕਿਸੇ ਅਸੀਂ ਗਰੁੱਪ ਨੂੰ ਦੇਵਾਂਗੇ ਤਾਂ ਕਿ ਇਹਦੇ ਵਿੱਚ ਰੁਜ਼ਗਾਰ ਜਿਹੜਾ ਲੋਕਾਂ ਨੂੰ ਮਿਲੇ। ਬਿਲਕੁਲ ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਰਿਸਾਈਕਲ ਵਸਤੂਆਂ ਤੋਂ ਇਸ ਨੂੰ ਤਿਆਰ ਕੀਤਾ ਗਿਆ, ਬਿਲਕੁਲ ਹੀ ਰਿਸਾਈਕਲ ਵਸਤੂ ਹੈ, ਕੋਈ ਨਵੀਂ ਵਸਤੂ ਨਹੀਂ ਯੂਜ਼ ਕੀਤੀ ਗਈ ਹੈਗੀ। ਇਹ ਸੀਟਿੰਗ ਸਿਸਟਮ ਦਿਖ ਰਿਹਾ ਇੱਥੇ, ਕਾਫੀ ਦਿਖ ਰਿਹਾ ਹੈ। ਇਸ ਤਰਫ ਅਲੱਗ ਬਣਾਇਆ ਪਿਆ, ਉਸ ਤਰਫ ਅਲੱਗ ਬਣਾਇਆ ਪਿਆ, ਉਸ ਤਰਫ ਵੀ ਜਾਵਾਂਗੇ, ਉਸ ਤਰਫ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਇਸ ਤਰਫ ਦੀ ਗੱਲ ਕਰਾਂਗੇ, ਸੀਟਿੰਗ ਸਿਸਟਮ ਇਹ ਕਿਹੜੀ ਵਸਤੂਆਂ ਤੋਂ ਤਿਆਰ ਕੀਤਾ ਗਿਆ? ਇਹ ਜਿਹੜਾ ਸੀਟਿੰਗ ਸਿਸਟਮ ਤੁਸੀਂ ਬਾਹਰ ਓਪਨ 'ਚ ਦੇਖ ਰਹੇ ਹੋ ਨਾ, ਇਹ ਸਾਰੇ ਲੌਗਸ ਜਿਹੜੇ ਵੁਡਨ ਲੌਗਸ ਯੂਜ਼ ਕੀਤੇ ਆ ਉਹ ਵੀ ਸਾਡੇ ਸਕ੍ਰੈਪ 'ਚੋਂ ਯਾਰਡ 'ਚੋਂ ਹੀ। ਜਿਸ ਤਰ੍ਹਾਂ ਮੇਰੇ ਕੋਲ ਹਾਰਟੀਕਲਚਰ ਦਾ ਕੰਮ ਹੈ, ਮੇਰੇ ਕੋਲ ਸਿਟੀ ਦੀ ਬਿਊਟੀਫਿਕੇਸ਼ਨ ਦਾ ਕੰਮ ਹੈ। ਤੇ ਜਿੰਨੀ ਵੀ ਲੱਕੜ ਸ਼ਹਿਰ 'ਚ ਜਿਸ ਤਰ੍ਹਾਂ ਫालतू ਲੱਕੜ ਜਿਹੜੇ ਟਰੀਜ਼ ਜਿਹੜੇ ਸੁੱਕ ਜਾਂਦੇ ਆ, ਡੈੱਡ ਹੋ ਜਾਂਦੇ ਆ, ਉਹ ਮਤਲਬ ਉਹਨਾਂ ਨੂੰ ਅਸੀਂ ਇੱਕ ਥਾਂ ਤੇ ਇਕੱਠੇ ਕਰ ਦਿੰਦੇ ਸਕ੍ਰੈਪ ਦੇ ਵਿੱਚ ਸ਼ੇਪ 'ਚ। ਆਮ ਤੌਰ ਤੇ ਅਸੀਂ ਉਹਦੀ ਆਕਸ਼ਨ ਕਰ ਦਿੰਦੇ ਆ। ਬਟ ਉਹਨਾਂ ਹੀ ਲੌਗਸ ਨੂੰ ਅਸੀਂ ਇਹ ਜਿਹੜਾ ਕੈਫੇ ਆ ਇੱਕ ਪਾਰਕ ਦੇ ਵਿੱਚ ਹੈ, ਨੇਚਰ ਦੀ ਉਹਦੇ ਵਿੱਚ ਹੈ। ਇਹਦੇ ਸਰਾਊਂਡਿੰਗ ਏਰੀਆ ਸਾਰਾ ਗ੍ਰੀਨ ਹੋਣ ਕਰਕੇ ਅਸੀਂ ਉਹਦੀ ਨੇਚਰ ਦੇ ਨਾਲ ਹੀ ਅਸੀਂ ਇਹਨੂੰ ਜੋੜਿਆ। ਜਿਹੜਾ ਇਹਦਾ ਦੇਖੋ ਲੌਗ ਜਿਹੜੇ ਆ ਪੂਰੇ ਨੈਚੁਰਲ ਸ਼ੇਪ ਦੇ ਵਿੱਚ ਨੇ ਔਰ ਇਹਦਾ ਟੇਬਲ ਟਾਪ ਵੀ ਪੂਰਾ ਨੈਚੁਰਲ ਉਹਦੀ ਰੱਖੀ ਹੈ ਲੁੱਕ। ਤੇ ਔਰ ਬੜਾ ਅੱਛਾ ਇਹਦੇ ਵਿੱਚ ਇੱਕ ਆਪਾਂ ਸਿਟਿੰਗ
ਏਰੀਆ ਹੈ ਜਿਹੜਾ ਜੇ ਕੋਈ ਓਪਨ 'ਚ ਬੈਠਣਾ ਚਾਹਵੇ ਓਪਨ 'ਚ ਬੈਠ ਸਕਦਾ। ਈਵਨ ਅਸੀਂ ਇੱਕ ਹੋਰ ਸ਼ੈੱਡ ਦੇ ਵਿੱਚ ਥੱਲੇ ਵੀ ਅਲੱਗ ਅਸੀਂ ਇੱਕ ਸਿਟਿੰਗ ਪਲਾਨ ਰੱਖਿਆ, ਸੋ ਉੱਥੇ ਵੀ ਲੋਕ ਬੈਠ ਸਕਦੇ ਨੇ। ਜਿਸ ਤਰ੍ਹਾਂ ਤੁਹਾਨੂੰ ਤੁਸੀਂ ਦੱਸਿਆ ਕਿ ਆਦਿਤਿਆ ਉੱਪਲ ਜੀ ਨੇ ਹਨਾ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਨੇ ਉਹਨਾਂ ਨੇ ਕਨਸੈਪਟ ਦਿੱਤਾ ਸੀਗਾ, ਉਸ ਕਨਸੈਪਟ ਦੇ ਉੱਪਰ ਤੁਸੀਂ ਕੰਮ ਕੀਤਾ ਪੂਰਾ ਹਨਾ, ਤੁਹਾਡੀ ਟੀਮ ਨੇ ਕੰਮ ਕੀਤਾ, ਤਾਂ ਹੁਣ ਉਹ ਨਗਰ ਨਿਗਮ ਦੇ ਕਮਿਸ਼ਨਰ ਜਿਹੜੇ ਆਦਿਤਿਆ ਉੱਪਲ ਜੀ ਨੇ ਉਹ ਕੀ ਕਹਿੰਦੇ ਨੇ ਇਹ ਸਾਰਾ ਕੁਝ ਦੇਖ ਕੇ, ਜਿਹੜਾ ਕਨਸੈਪਟ ਉਹਨਾਂ ਨੇ ਦਿੱਤਾ ਸੀਗਾ ਉਸ ਦੇ ਉੱਪਰ ਤੁਸੀਂ ਵਰਕ ਕੀਤਾ, ਇੰਨਾ ਸੋਹਣਾ ਤੁਸੀਂ ਬਣਾ ਦਿੱਤਾ, ਹਰਿਆਲੀ ਕਰ ਦਿੱਤੀ ਸਾਰੇ ਪਾਸੇ। ਉਹਨਾਂ ਨੇ ਜੋ ਉਹਨਾਂ ਦੇ ਸੀਗੇ ਉਹਨਾਂ ਨੇ ਦੇਖ ਲਿਆ, ਉਹਨਾਂ ਨੂੰ ਬਹੁਤ, ਉਹਨਾਂ ਨੂੰ ਵੀ ਪਸੰਦ, ਉਹਨਾਂ ਨੇ ਬਹੁਤ ਐਪਰੀਸ਼ੀਏਟ ਵੀ ਕੀਤਾ। ਤੇ ਹੁਣ ਇਹਦੇ ਤੇ ਜਲਦ ਤੋਂ ਜਲਦ ਅਸੀਂ ਜਿਹੜੀਆਂ ਗਵਰਨਮੈਂਟ ਦੇ ਨੋਰਮਸ ਦੇ ਮੁਤਾਬਕ ਅਸੀਂ ਇਹਦੇ ਤੇ ਇਹਦੀਆਂ ਟਰਮਸ ਐਂਡ ਕੰਡੀਸ਼ਨ ਸੈੱਟ ਕਰਕੇ ਤੇ ਕਿਸੇ ਸੂਟੇਬਲ ਜਿਹੜੇ ਸੈਲਫ ਹੈਲਪ ਗਰੁੱਪ ਨੂੰ ਅਸੀਂ ਇਹਨੂੰ ਮਤਲਬ ਸੌਂਪਾਂਗੇ ਤਾਂ ਕਿ ਉਹ ਇਹਨੂੰ ਚਲਾਵੇ ਤੇ ਲੋਕ ਇਹਦਾ ਆਨੰਦ ਮਾਣਨ। ਬਿਲਕੁਲ, ਮੈਂ ਦੱਸ ਦਵਾਂ ਕਿ ਇਹ ਪੂਰਾ ਪਾਰਕ ਸੀਗਾ, ਓਪਨ ਪਾਰਕ ਸੀਗਾ। ਓਪਨ ਪਾਰਕ ਦੇ ਵਿੱਚ ਜਿਹੜਾ ਇਹ ਓਪਨ ਕਾਫੀ ਕੈਫੇ ਜਿਹੜਾ ਬਣਾਇਆ ਗਿਆ ਰਿਸਾਈਕਲ ਵਸਤੂਆਂ ਤੋਂ। ਤਾਂ ਇਸ ਤਰਫ ਸਰ ਮੈਂ ਇਸ ਤਰਫ ਵੀ ਗੱਲ ਕਰਾਂਗਾ, ਦਿਖ ਰਿਹਾ ਹੈ ਕਿ ਉਰੇ ਇਹ ਜਿਹੜੀ ਫਲੈਸ਼ ਸ਼ੀਟ ਹੁੰਦੀ ਹੈ ਤਾਂ ਉਸ ਨੂੰ ਵੀ ਇਸਤੇਮਾਲ ਕੀਤਾ ਗਿਆ ਹੈ ਪੌਦੇ ਦੇ ਤੌਰ ਤੇ। ਉਰੇ ਫਲੈਸ਼ ਸ਼ੀਟ ਵੀ ਦਿਖ ਰਹੀ ਹੈ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਕਹਿ ਚੁੱਕੇ ਸੀਗੇ ਰਿਸਾਈਕਲ ਵਸਤੂਆਂ ਤੋਂ ਬਣਾਇਆ ਗਿਆ ਸਾਰਾ। ਇਹ ਆਮ ਤੌਰ ਤੇ ਅਸੀਂ ਘਰਾਂ 'ਚ ਵੀ ਦੇਖਦੇ ਹਾਂ, ਕਈ ਵਾਰੀ ਐਸਾ ਸਮਾਨ ਹੁੰਦਾ ਜਿਹੜਾ ਮਤਲਬ ਹੁੰਦਾ ਤਾਂ ਉਹ ਸਕ੍ਰੈਪ 'ਚ, ਲੇਕਿਨ ਉਹ ਸਕ੍ਰੈਪ ਨੂੰ ਵੀ ਅਸੀਂ ਦੁਬਾਰਾ ਵਰਤੋਂ 'ਚ ਲਿਆ ਸਕਦੇ ਹਾਂ। ਜਿਵੇਂ ਤੁਸੀਂ ਇਹ ਫਲੈਸ਼ ਦੀਆਂ ਜਿਹੜੀਆਂ ਸੀਟਾਂ ਦੇਖ ਰਹੇ ਹੋ, ਇਹ ਸੀਟਾਂ ਮਤਲਬ ਖਰਾਬ ਹੋਣ ਕਾਰਨ ਅਸੀਂ ਜਾਂ ਤਾਂ ਇਹਨੂੰ ਕੂੜੇ 'ਚ ਸੁੱਟ ਦੇਣਾ ਸੀਗਾ, ਜਾਂ ਇਹਨੇ ਟੁੱਟ ਜਾਣਾ ਸੀ ਤੇ ਇਹਨੇ ਗੰਦਗੀ ਹੀ ਫੈਲਾਣੀ ਸੀ, ਤੇ ਨਾ ਤਾਂ ਇਹਨੇ ਗਲਣਾ ਸੀ ਨਾ ਕੁਝ ਹੋਣਾ ਸੀ, ਔਰ ਇਹ ਪਤਾ ਨਹੀਂ ਕਦੋਂ ਇਹਨੇ ਮਤਲਬ ਕਿੱਥੇ ਜਾਣਾ ਸੀਗਾ। ਬਟ ਇੱਥੇ ਅਸੀਂ ਖੂਬਸੂਰਤ ਦਾ ਫਲਾਵਰ ਪੋਟ ਬਣਾਤਾ। ਤੇ ਇਹ ਸਿਰਫ ਆਪਾਂ ਲੋਕਾਂ ਨੂੰ ਇੱਕ ਦੱਸਣ ਵਾਸਤੇ, ਸਿਖਾਉਣ ਵਾਸਤੇ ਹੀ ਇਹ ਕੈਫੇ ਜਿਹੜਾ ਵਾ ਇਹ ਇੱਕ ਆਉਣ ਵਾਲੇ ਜਨਰੇਸ਼ਨ ਨੂੰ, ਆਉਣ ਵੇਲੇ ਜਿਹੜਾ ਵੀ ਇੱਥੇ ਲੋਕ ਆਣਗੇ ਕੁਛ ਨਾ ਕੁਛ ਇੱਥੋਂ ਸਿੱਖ ਕੇ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਅੱਜ ਤੱਕ ਇਸ ਤਰ੍ਹਾਂ ਇਸਤੇਮਾਲ ਕੀਤਾ ਹੋਵੇਗਾ ਇਹਨਾਂ ਵਸਤੂਆਂ ਦਾ, ਜਿਸ ਤਰ੍ਹਾਂ ਤੁਸੀਂ ਅੱਜ ਉਰੇ ਇਹ ਕਰ ਦਿਖਾਇਆ। ਲੋਕੀ ਸੋਚਦੇ ਵੀ ਹੋਣਗੇ ਕਿ ਅਸੀਂ ਇਹ ਸਿੱਟ ਦਿੱਤੀਆਂ ਸੀ ਵਸਤੂਆਂ ਨਾ, ਵੇਸਟ ਵਸਤੂਆਂ ਸਮਝ ਕੇ, ਤਾਂ ਉਹ ਅੱਜ ਇਸਤੇਮਾਲ ਹੋਈਆਂ ਨੇ ਇਸ ਤਰੀਕੇ ਦੇ ਨਾਲ। ਹਾਂਜੀ, ਜ਼ਰੂਰ ਲੋਕ ਦੇਖੋ, ਮੈਂ ਨਹੀਂ ਕਹੂੰਗਾ ਵੀ 100 ਲੋਕ ਆਣਗੇ ਤੇ 100 ਦੇ 100 ਹੀ ਇਹਨੂੰ ਅਪਲਾਈ ਕਰਨਗੇ। ਚਲੋ ਜੇ 100 ਚ 4 ਲੋਕ ਵੀ ਇਹਨੂੰ ਅਪਲਾਈ ਕਰਦੇ, ਇਟ ਮੀਨ ਸਾਡਾ ਇਹ ਜਿਹੜਾ ਮੰਤਵ ਹੈ, ਜਿਹੜੇ ਨਾਲ ਅਸੀਂ ਬਣਾਇਆ, ਤੇ ਸਾਡਾ ਅਸੀਂ ਉਹਦੇ 'ਚ ਸਫਲ ਹੋ ਜਾਵਾਂਗੇ। ਬਿਲਕੁਲ ਇਸ ਪਾਸੇ ਦਿਖ ਰਿਹਾ ਕਿ ਇਹ ਟਾਇਰ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਵੀ ਪੌਦੇ ਲਗਾਏ ਗਏ ਨੇ, ਮਤਲਬ ਕਿ ਇੱਕ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਰੁੱਖ ਲਗਾਉਣ ਦਾ ਵੀ ਸੰਦੇਸ਼ ਹੈ ਇੱਕ, ਕਿਉਂਕਿ ਹਰ ਪਾਸੇ ਜਿਹੜੇ ਉਰੇ ਪੌਦੇ ਲੱਗੇ ਹੋਏ ਨਜ਼ਰ ਆ ਰਹੇ ਨੇ। ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਟ੍ਰੇਨ ਬਣਾਈ ਗਈ ਹੈ, ਇਸ ਦੇ ਵਿੱਚ ਵੀ ਪੌਦੇ ਲੱਗੇ ਹੋਏ ਨਜ਼ਰ ਆ ਰਹੇ ਸਰ। ਇਹ ਟ੍ਰੇਨ ਜਿਹੜੀ ਬਣਾਈ ਗਈ ਹੈ ਕਿਸ ਤਰ੍ਹਾਂ ਮਤਲਬ ਉਰੇ ਮੈਨੇਜ ਕੀਤੀ ਗਈ ਹੈ, ਕਿਸ ਤਰ੍ਹਾਂ ਤਿਆਰ ਹੋਈ ਹੈ, ਕਿਹੜੀ ਵਸਤੂ ਇਸ ਦੇ ਵਿੱਚ ਇਸਤੇਮਾਲ ਕੀਤੀ ਗਈ ਹੈ? ਇਹ ਟ੍ਰੇਨ ਵੀ ਨਾ ਵੇਸਟ ਵੁੱਡ ਤੋਂ ਹੀ ਬਣਾਈ ਗਈ ਆ, ਜਿਹੜੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ, ਜਿਹੜੀ ਸਾਡੇ ਕੋਲ ਜਿਹੜੀ ਸਕ੍ਰੈਪ ਯਾਰਡ ਦੇ ਵਿੱਚ ਜਿਹੜੀ ਵੁੱਡ ਆ ਜਾਂਦੀ ਆ, ਤੇ ਬਜਾਏ ਇਹਨੂੰ ਆਕਸ਼ਨ ਕਰਨ ਦੇ ਉਹਨੂੰ ਇੱਥੇ ਅਸੀਂ ਵਰਤੋਂ 'ਚ ਲਿਆਂਦਾ। ਇਹ ਤੁਸੀਂ ਟ੍ਰੇਨ ਦੇਖੋ, ਇੱਥੇ ਡਿਫਰੈਂਟ ਟਾਈਪਸ ਦੀ ਕੋਟੇਸ਼ਨਸ ਲਿਖੀਆਂ ਨੇ, ਔਰ ਇਹ ਟ੍ਰੇਨ ਇਸ ਕਰਕੇ ਰੱਖੀ ਆ ਕਿਉਂਕਿ ਜਦੋਂ ਕੋਈ ਫੈਮਿਲੀ ਆਏਗੀ ਉਹਦੇ ਨਾਲ ਬੱਚੇ ਵੀ ਆਣਗੇ, ਬੱਚੇ ਨੈਚੁਰਲੀ ਟ੍ਰੇਨ ਨੂੰ ਦੇਖ ਕੇ ਖੁਸ਼ ਹੋਣਗੇ। ਮਤਲਬ ਚੱਲ ਤੇ ਨਹੀਂ ਸਕਦੀ ਬਟ ਉਹਨੂੰ ਦੇਖ ਕੇ ਖੁਸ਼ ਹੋਣਗੇ। ਇੱਕ ਇਹਨੂੰ ਅਟਰੈਕਟਿਵ ਇੱਕ ਬਣਾਇਆ ਕਾਰਨਰ ਨੂੰ। ਇਹਦੇ ਪਿੱਛੇ ਤੁਸੀਂ ਦੇਖੋਗੇ ਘੜੇ 'ਚ ਜਿਹੜੀ ਵਾਟਰਫਾਲ ਚੱਲ ਰਹੀ ਆ, ਇਹ ਵਾਟਰਫਾਲ ਜਿਹੜੀ ਕੋਈ ਆਮ ਵਾਟਰਫਾਲ ਨਹੀਂ ਹੈ। ਇਹ ਸਾਰੇ ਜਿਹੜੇ ਘੜੇ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਇੱਕ ਸਾਲ ਹੀ ਵਰਤੋਂ 'ਚ ਆਉਂਦੇ ਆ, ਦੂਸਰੇ ਸਾਲ ਉਹਦੇ ਦੇ ਪੋਰਸ ਜਿਹੜੇ ਉਹਦੇ ਕੰਮ ਨਹੀਂ ਕਰਦੇ ਤੇ ਉਹਨੂੰ ਅਸੀਂ ਘੜੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਆ। ਬਟ ਇੱਥੇ ਦੇਖੋ ਤੁਸੀਂ, ਇਹਨੂੰ ਅਸੀਂ ਐਜ਼ ਏ ਉਹਦੀ ਵਾਟਰਫਾਲ ਉਹਨੂੰ ਬਣਾ ਕੇ ਯੂਜ਼ ਕਰ ਰਹੇ ਆ। ਇਹ ਪਾਣੀ ਰੀਸਾਈਕਲ ਹੋ ਰਿਹਾ, ਖੂਬਸੂਰਤ ਉਹਦੇ 'ਚ ਪੇਂਟਿੰਗ ਕਰਕੇ। ਇਹ ਵੀ ਸਿਰਫ ਲੋਕਾਂ ਨੂੰ ਆਪਾਂ ਸਿਖਾਉਣ ਵਾਸਤੇ ਬਣਾਈ ਚੀਜ਼। ਬਿਲਕੁਲ ਕਹਿ ਸਕਦੇ ਹਾਂ ਜਿਹੜੀਆਂ ਚੀਜ਼ਾਂ ਲੋਕਾਂ ਨੇ ਵੇਸਟ ਸਮਝ ਕੇ ਸੁੱਟ ਦਿੱਤੀਆਂ ਸੀਗੀਆਂ ਤਾਂ ਉਸ ਦਾ ਇਸਤੇਮਾਲ ਕਰਕੇ ਅੱਜ ਇਹ ਕੈਫੇ ਤਿਆਰ ਕੀਤਾ ਗਿਆ। ਤੁਸੀਂ ਇਹ ਦੇਖ ਰਹੇ ਹੋ ਕਿ ਲਾਈਟ ਜਿਹੜੀ ਹੈ ਇਸ ਨੂੰ ਸ਼ਾਨਦਾਰ ਬਣਾਉਣ ਦੇ ਲਈ, ਜਿਹੜਾ ਕਹਿ ਸਕਦੇ ਆ ਓਪਨ ਕਾਫੀ ਕੈਫੇ ਨੂੰ ਸ਼ਾਨਦਾਰ ਬਣਾਉਣ ਦੇ ਲਈ ਇਸ ਲਾਈਟ ਦਾ ਇਸਤੇਮਾਲ ਵੀ ਇੱਥੇ ਕੀਤਾ ਜਾ ਰਿਹਾ ਹੈ। ਲਾਈਟ ਪੁੱਛਣੀ ਚਾਹਾਂਗਾ ਮੈਂ ਕਿਸ ਤਰ੍ਹਾਂ ਤਿਆਰ ਹੋਈ ਹੈ? ਇਹ ਲਾਈਟ ਵੀ ਤੁਸੀਂ ਦੇਖੋ, ਤੁਹਾਨੂੰ ਇੰਜ ਲੱਗ ਰਹੀ ਹੋਏਗੀ ਕਿ ਪਤਾ ਨਹੀਂ ਕਿੰਨੀ ਮਹਿੰਗੀ ਲਾਈਟ ਹੈ, ਬਟ ਇਹ ਕੁਝ ਨਹੀਂ ਹੈ। ਇਹ ਤਾਂ ਇੱਕ ਨਾ ਵੇਸਟ ਪਾਈਪ ਦੇ ਟੁਕੜੇ ਤੋਂ ਬਣੀ ਆ, ਔਰ PVC ਪਾਈਪ ਦਾ ਟੁਕੜਾ, ਉਹਨੂੰ ਸਾਈਡਾਂ ਤੇ ਹੋਲ ਕਰਕੇ ਉਹਨੂੰ ਦੋਨੋਂ ਸਾਈਡਾਂ ਤੇ ਬੰਦ ਕਰਕੇ ਔਰ ਇਹਦੀ ਪਾਈਪ ਨਾਲ ਸਪੋਰਟ ਦਿੱਤੀ ਗਈ ਆ, ਤੇ ਉਹਦੇ ਉੱਤੇ ਮੈਟੈਲਿਕ ਪੇਂਟ ਹੈ। ਪੇਂਟ ਦਾ ਕਮਾਲ ਹੈ, ਔਰ ਇਹ ਇੱਕ ਸਿੰਪਲੀ ਇੱਕ ਆਰਟ ਵਰਕ ਹੈ। ਤੇ ਇਹ ਸਿਰਫ ਤੁਸੀਂ ਦੇਖੋਗੇ ਤੇ ਬੜੀ ਮਤਲਬ ਨੋਮੀਨਲ ਜੇ ਉਹਦੇ 'ਚ ਪੈਸਿਆਂ 'ਚ ਤੁਸੀਂ ਘਰ ਵੀ ਤਿਆਰ ਕਰ ਸਕਦੇ ਹੋ। ਜਿਸ ਤਰ੍ਹਾਂ ਤੁਹਾਡੀ ਡੈਜਿਗਨੇਸ਼ਨ ਐਕਸ ਆਉਂਦੀ ਹੈ ਨਾ ਨਗਰ ਨਿਗਮ ਦੇ ਵਿੱਚ, ਤੁਸੀਂ ਇਸ ਨੂੰ ਤਿਆਰ ਕੀਤਾ ਪੂਰੀ ਟੀਮ ਦੇ ਨਾਲ ਮਿਲ ਕੇ। ਤੁਹਾਡੇ ਫਰੈਂਡ ਸਰਕਲ ਵੀ ਹੋਏਗਾ, ਉਹ ਕੀ ਕਹਿੰਦੇ ਨੇ ਹੁਣ ਇਹ ਦੇਖ ਕੇ ਸਾਰਾ ਕੁਝ? ਫਰੈਂਡ ਸਰਕਲ ਵੀ ਜਿਹੜੇ ਆ ਉਹ ਵੀ ਮੇਰੇ ਨਾਲ ਜਿਹੜਾ ਫਰੈਂਡ ਸਰਕਲ ਹੈ ਉਹ ਹੁਣ ਦੇਖਣ ਆ ਰਹੇ ਨੇ, ਤੇ ਉਹ ਵੀ ਦੇਖ ਕੇ ਬੜੇ ਖੁਸ਼ ਹੁੰਦੇ ਨੇ। ਤੇ ਜਦੋਂ ਉਹਨਾਂ ਨੂੰ ਅਸੀਂ ਦੱਸੀਦਾ ਹੈ ਕਿ ਅਸੀਂ ਇਹ ਕੈਫੇ ਤਿਆਰ ਕੀਤਾ ਹੈ, ਤਾਂ ਹੋਰ ਅੱਗੇ ਉਹ ਲੋਕਾਂ ਨੂੰ ਦੱਸਦੇ ਨੇ।
ਤੇ ਉਹ ਨੈਚੁਰਲੀ ਮਤਲਬ ਲੋਕਾਂ ਦੇ ਵਿੱਚ ਜਦੋਂ ਇੱਕ ਗੱਲ ਜਾਂਦੀ ਹੈ ਤੇ ਮੈਸੇਜ ਦੂਰ ਦੂਰ ਤੱਕ ਪਹੁੰਚਦਾ ਹੈ ਤੇ ਉਹ ਇਹਦੇ ਵਿੱਚ ਮਤਲਬ ਕਈ ਕੁਝ ਸਿੱਖਣ ਨੂੰ ਆ, ਠੀਕ ਹੈ ਨਾ, ਚਾਹੇ ਉਹ ਮੇਰੇ ਦੋਸਤ ਹੋਣ ਚਾਹੇ ਕੋਈ ਹੋਰ ਹੋਵੇ, ਤੇ ਸਾਰਿਆਂ ਲਈ ਸਿੱਖਣ ਲਈ ਹੈ ਤੇ ਬਹੁਤ ਕੁਝ। ਤਾਂ ਬਿਲਕੁਲ ਤੁਸੀਂ ਇਹ ਜਿਹੜੇ ਸੀਟਿੰਗ ਸਿਸਟਮ ਦੇਖ ਰਹੇ ਹੋ ਕਿ ਇਹ ਵੀ ਰਿਸਾਈਕਲ ਵਸਤੂਆਂ ਤੋਂ ਤਿਆਰ ਕੀਤਾ ਗਿਆ। ਸਰ ਇਹ ਸੀਟਿੰਗ ਸਿਸਟਮ ਮੈਂ ਪੁੱਛਣਾ ਚਾਹਾਂਗਾ, ਜਿਸ ਤਰ੍ਹਾਂ ਉਹ ਆਪਾਂ ਉਧਰ ਦੇਖਿਆ ਸੀਗਾ ਉਹ ਅਲੱਗ ਸਿਸਟਮ ਸੀਗਾ ਸਾਰਾ, ਹਨਾ, ਇਹ ਅਲੱਗ ਦਿਖ ਰਿਹਾ, ਡਿਫਰੈਂਟ ਦਿਖ ਰਿਹਾ ਕੁਝ, ਜਿਸ ਤਰ੍ਹਾਂ ਇਹ ਸੀਟਿੰਗ ਸਿਸਟਮ ਹੈ ਵੀ ਅਲੱਗ ਦਿਖ ਰਿਹਾ, ਇਹ ਵੀ ਬਿਲਕੁਲ ਅਲੱਗ ਦਿਖ ਰਿਹਾ। ਕਿਸ ਤਰ੍ਹਾਂ ਮਤਲਬ ਮੈਨੇਜ ਕੀਤਾ ਗਿਆ ਇਸ ਨੂੰ? ਇਹ ਜਿਹੜਾ ਤੁਸੀਂ ਦੇਖ ਰਹੇ ਹੋ ਸਿਟਿੰਗ ਚੇਅਰਸ ਤੇ ਟੇਬਲ, ਇਹ ਵੀ ਸਾਰੇ ਵੇਸਟ ਵੁੱਡ ਤੋਂ ਹੀ ਬਣਾਏ ਗਏ ਆ। ਜਿਹੜਾ ਸਾਡਾ ਵੁੱਡ ਜਿਹੜੀ ਸਾਡੇ ਕੋਲ ਇਕੱਠੀ ਹੋ ਜਾਂਦੀ ਆ, ਇਹਦੇ 'ਚ ਡਿਫਰੈਂਟ ਟਾਈਪਸ ਦੀ ਵੁੱਡ ਯੂਜ਼ ਕੀਤੀ ਗਈ ਹੈ। ਕੋਈ ਬਹੁਤੀ ਮਹਿੰਗੀ ਵੁੱਡ ਨਹੀਂ ਹੈ, ਇਹਦੇ 'ਚ ਆਮ ਨਾਰਮਲ ਹੀ ਹੈ, ਜਿਸ ਤਰ੍ਹਾਂ ਕਿੱਕਰ, ਡੇਕ, ਨਿੰਮ, ਇਹੋ ਜਿਹੀਆਂ ਲੱਕੜਾਂ ਨਾਰਮਲ ਜਿਹੜੀਆਂ ਆਰਨਾਮੈਂਟਲ ਟਰੀਜ਼ ਦੀਆਂ ਕੁਝ ਲੱਕੜਾਂ ਨੇ ਉਹ ਯੂਜ਼ ਕੀਤੀਆਂ ਹੈ। ਇਹ ਤੁਸੀਂ ਦੇਖ ਰਹੇ ਹੋ, ਇਹ ਜਿਹੜੀ ਚੇਅਰ ਆ, ਇਹ ਸਾਡੀ ਬੜੀ ਮਤਲਬ ਕੈਫੇ ਦੀ ਸਭ ਤੋਂ ਅਟਰੈਕਟਿਵ ਜਿਹੜੀ ਚੀਜ਼ ਹੈ ਨਾ, ਇਹ ਹੈ। ਇਹ ਜਿਹੜੀ ਚੇਅਰ ਹੈ ਅਸੀਂ ਡਰਮ ਤੋਂ ਬਣਾਈ ਹੈ। ਇਹ ਡਰਮ ਉਹ ਡਰਮ ਨੇ ਜਿਹਦੇ ਵਿੱਚ ਤੁਸੀਂ ਆਮ ਤੌਰ ਤੇ ਦੇਖਦੇ ਹੋ ਸਿਟੀ ਦੇ ਵਿੱਚ ਜਿਹੜੀ ਫੌਗਿੰਗ ਹੁੰਦੀ ਹੈ, ਉਹਦੇ 'ਚ ਮੈਲਾਥੀਨ ਕਰਕੇ ਕੈਮੀਕਲ ਯੂਜ਼ ਹੁੰਦਾ, ਦਵਾਈ, ਪੈਸਟੀਸਾਈਡ। ਇਹ ਉਹ ਪੈਸਟੀਸਾਈਡ ਦੇ ਖਾਲੀ ਡਰਮ ਨੇ। ਇਹ ਵੀ ਡਰਮ ਜਿਹੜੇ ਆ ਲੋਹੇ ਦੇ ਡਰਮ ਨੇ, ਤੇ ਇਹਨੂੰ ਵੀ ਅਸੀਂ ਮਤਲਬ ਇਕੱਠਾ ਕਰਕੇ ਇਹਦੀ ਆਕਸ਼ਨ ਕਰਦੇ ਹਾਂ। ਬਟ ਇੱਥੇ ਹੁਣ ਅਸੀਂ ਐਜ਼ ਇਹਨੂੰ ਚੇਅਰ ਯੂਜ਼ ਕੀਤਾ ਹੈ। ਇਹ ਜੇ ਤੁਸੀਂ ਬੈਠੋਗੇ ਨਾ, ਇਹਦੀ ਜਿਹੜਾ ਤੁਹਾਨੂੰ ਬਹੁਤ ਮਜ਼ਾ ਆਏਗਾ, ਤੁਹਾਡੀ ਬੈਠੋਗੇ ਤੇ ਸਪਾਈਨ ਵੀ ਬਿਲਕੁਲ ਸਟ੍ਰੇਟ ਰਹੇਗੀ, ਔਰ ਇਹਦਾ ਅਲੱਗ ਹੀ ਬੈਠਣ ਦਾ ਇਹਦੇ 'ਚ ਤੁਹਾਨੂੰ ਲੁਤਫ ਆਏਗਾ। ਜਿਸ ਤਰ੍ਹਾਂ ਵੇਸਟ ਵਸਤੂਆਂ ਤੁਹਾਨੂੰ ਮਿਲ ਗਈਆਂ ਸੀਗੀਆਂ ਨਾ, ਰਿਸਾਈਕਲ ਵਸਤੂਆਂ ਤੁਹਾਨੂੰ ਸਾਰੀਆਂ ਮਿਲ ਗਈਆਂ ਸੀ, ਕਲੈਕਟ ਹੋ ਗਈਆਂ ਸੀ ਨਗਰ ਨਿਗਮ ਦੇ ਵਿੱਚੋਂ, ਉਸ ਨੂੰ ਇਸਤੇਮਾਲ ਕਰਨਾ, ਇਹ ਸ਼ੇਪ ਦੇਣੀ, ਇਹ ਵੀ ਮਤਲਬ ਇੱਕ ਹੁੰਦਾ ਹੈ ਕਿ ਦਿਮਾਗ ਦੇ ਵਿੱਚ ਕਨਸੈਪਟ ਰੱਖਣਾ, ਉਹ ਕਿਸ ਤਰ੍ਹਾਂ ਹੋਇਆ ਸੀਗਾ ਫਿਰ? ਨਹੀਂ, ਇਹ ਇਸ ਤਰ੍ਹਾਂ ਹੀ ਨੈਚੁਰਲੀ, ਮਤਲਬ ਮੇਰਾ ਨਾ ਸ਼ੁਰੂ ਤੋਂ ਬਚਪਨ ਤੋਂ ਹੀ ਮੈਨੂੰ ਕ੍ਰੀਏਟੀਵਿਟੀ ਦਾ ਸ਼ੌਂਕ ਹੈ, ਔਰ ਮਤਲਬ ਇਸ ਕਰਕੇ ਮੈਨੂੰ ਵੈਸੇ ਕੋਈ ਆਈਡੀਆਜ਼ ਕਲੈਕਟ ਕਰੀ ਜਾਣੇ YouTube ਤੋਂ, ਗੂਗਲ ਤੋਂ ਲੈ ਕੇ। ਤੇ ਜਦੋਂ ਅਸੀਂ ਕੰਮ ਕਰਦੇ ਹਾਂ ਕਿਸੇ ਵੀ ਫੀਲਡ ਦੇ ਵਿੱਚ, ਤੇ ਉਹ ਨੈਚੁਰਲੀ ਆਪਣੇ ਹੁਣ ਜਿਹੜਾ ਜਿਸ ਫੀਲਡ ਨਾਲ ਜੁੜਿਆ ਹੁੰਦਾ ਉਹਨੂੰ ਆਪਣੇ ਆਪ ਹੀ ਆਈਡੀਆ ਮਿਲਦੇ ਚੱਲਦੇ। ਇਹ ਤਾਂ ਇੱਕ ਗੋਡ ਗਿਫਟਡ ਵੀ ਹੁੰਦਾ। ਤੇ ਹੁਣ ਤੁਸੀਂ ਦੇਖੋਗੇ ਮੇਰੇ ਸਾਹਮਣੇ ਟੈਂਡਰ ਕੋਕੋਨਟ ਹੈ। ਆਮ ਤੌਰ ਤੇ ਕੀ ਆ, ਲੋਕ ਮਤਲਬ ਨਾਰੀਅਲ ਪਾਣੀ ਪੀ ਕੇ ਕੋਕੋਨਟ ਨੂੰ ਸੁੱਟ ਦਿੰਦੇ ਆ। ਫਿਰ ਉਹ ਜਦੋਂ ਕੋਕੋਨਟ ਨੂੰ ਸੁੱਟ ਦਿੰਦੇ ਆ, ਉਹਦਾ ਕੀ ਬਣਦਾ ਉਹਦਾ ਤੁਸੀਂ ਹਸ਼ਰ ਤੁਸੀਂ ਨਹੀਂ ਪਤਾ ਨਹੀਂ ਹੋਏਗਾ। ਉਹ ਸਾਰਾ ਕੋਕੋਨਟ ਜਿਹੜਾ ਹੈ ਇਹ ਜਿਹੜੀ ਆ ਡੰਪ ਯਾਰਡ 'ਚ ਜਾਂਦਾ, ਨਾ ਤੇ ਗਲਦਾ ਹੈ ਨਾ ਕੁਛ ਹੈ। ਇੱਥੇ ਤੁਸੀਂ ਮੇਰੇ ਕੋਲ ਦੇਖੋਗੇ ਤੁਸੀਂ, ਅਸੀਂ ਖੂਬਸੂਰਤ ਇਹਦੇ ਨਾ ਹੈਂਗਿੰਗ ਪੌਟਸ ਬਣਾਏ ਆ। ਤੇ ਇਹ ਵੀ ਸਿਰਫ ਆ ਕੇ ਲੋਕ ਸਿੱਖਣ ਤਾਂ ਕਿ ਜਿਹੜੇ ਟੈਂਡਰ ਕੋਕੋਨਟ ਨੂੰ ਵੀ ਘਰਾਂ ਦੇ ਵਿੱਚ ਐਜ਼ ਏ ਹੈਂਗਿੰਗ ਪੌਟਸ ਯੂਜ਼ ਕਰਨ। ਇੱਕ ਇਹ ਚੀਜ਼ ਦਿਖ ਰਹੀ ਹੈ, ਇਹ ਬੜੀ ਡਿਫਰੈਂਟ ਚੀਜ਼ ਲੱਗ ਰਹੀ ਹੈ। ਇਹ ਤਿਆਰ ਕੀਤਾ ਹੋਇਆ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਸ ਨੂੰ ਪੌਦਾ ਲਗਾਇਆ ਗਿਆ। ਹਰ ਚੀਜ਼ ਦੇ ਵਿੱਚ ਇੱਕ ਨਾ ਇੱਕ ਪੌਦਾ ਜ਼ਰੂਰ ਲਗਾਇਆ ਗਿਆ। ਇਹ ਕਿਸ ਚੀਜ਼ ਤੋਂ ਤਿਆਰ ਕੀਤਾ ਗਿਆ? ਇਹ ਵੀ ਸਿੰਪਲੀ ਇੱਕ PVC ਪਾਈਪ ਹੈ, ਕੋਈ ਬਹੁਤੀ ਮਹਿੰਗੀ ਚੀਜ਼ ਨਹੀਂ ਹੈ। ਤੇ ਸਿਰਫ ਇਹਨੂੰ ਕੱਟ ਕੇ ਬਣਾਉਣ ਦਾ, ਇਹਨੂੰ ਪ੍ਰੈਜੈਂਟੇਸ਼ਨ ਦਾ ਜਿਹੜਾ ਬਸ ਉਹ ਤਰੀਕਾ ਹੈ। ਬਸ ਜੇ ਇਹੀ ਚੀਜ਼ ਅਸੀਂ ਸਿਖਾਉਣ ਵਾਸਤੇ ਕਿ ਲੋਕ ਆ ਕੇ ਸਿੱਖਣ ਤੇ ਘਰ ਜਾ ਕੇ ਉਹਨੂੰ ਅਪਲਾਈ ਕਰਨ। ਇਹ ਸਿੰਪਲੀ ਇੱਕ ਪਾਈਪ ਦਾ ਟੁਕੜਾ ਹੈ ਜਿਹਨੂੰ ਦੋਨੋਂ ਪਾਸੇ ਬੰਦ ਕਰਕੇ ਉੱਪਰੋਂ ਇਹਦੀ ਕਟਿੰਗ ਕਰਕੇ ਇਹਨੂੰ ਇੱਕ ਹੈਂਗਿੰਗ ਪੌਟ ਦੀ ਸ਼ੇਪ ਦਿੱਤੀ ਗਈ ਹੈ। ਬਿਲਕੁਲ, ਇਹ ਇੱਕ ਸ਼ੈੱਡ ਦਿਖ ਰਿਹਾ ਉੱਪਰ ਲੱਗਿਆ ਹੋਇਆ, ਇਹ ਵੀ ਰਿਸਾਈਕਲ ਵਸਤੂਆਂ ਤੋਂ ਤਿਆਰ ਕੀਤਾ ਗਿਆ। ਕਹਿੰਦੇ ਜਿਹੜੀ ਸ਼ੀਟਸ ਜਿਹੜੀਆਂ ਉੱਥੇ ਆ ਜਾਂਦੀਆਂ ਨਗਰ ਨਿਗਮ ਦੇ ਵਿੱਚ ਹਨਾ, ਵੇਸਟ ਹੋ ਕੇ, ਤਾਂ ਉਸ ਤੋਂ ਇਹ ਤਿਆਰ ਕੀਤਾ ਗਿਆ। ਇਸ ਨੂੰ ਕਲਰ ਕਰਕੇ ਤੁਸੀਂ ਇਹ ਸ਼ੇਪ ਦਿੱਤੀ ਹੈ, ਇਸ ਨੂੰ ਛੱਤ ਦਿੱਤੀ ਹੈ ਓਪਨ ਕਾਫੀ ਕੈਫੇ ਨੂੰ। ਹਾਂਜੀ ਹਾਂਜੀ, ਇਹ ਜਿਹੜੀ ਸ਼ੈੱਡ ਤੁਸੀਂ ਦੇਖ ਰਹੇ ਹੋ ਨਾ ਜੀ, ਇਹ ਸਿੰਪਲ ਇੱਕ ਸਾਡੇ ਕੋਈ ਪ੍ਰੋਜੈਕਟ ਚੋਂ ਨਿਕਲੀਆਂ ਚਾਦਰਾਂ ਨੇ। ਜੇ ਤੁਸੀਂ ਦੇਖ ਰਹੇ ਹੋ ਤੇ ਕਈ ਥਾਵਾਂ ਤੇ ਇਹਦੇ ਨਾ ਤੁਹਾਨੂੰ ਹੋਲ ਵੀ ਨਜ਼ਰ ਆਉਣਗੇ ਕਿ ਇਹ ਸਾਰੀ ਪੁਰਾਣੀਆਂ ਸਕ੍ਰੈਪ ਚੋਂ ਸਾਰੀਆਂ ਨਿਕਲੀਆਂ ਚਾਦਰਾਂ ਨੇ। ਜਿਹੜੇ ਇਹਦੇ ਵਿੱਚ ਪਾਈਪਸ ਲੱਗੇ ਨੇ ਉਹ ਵੀ ਸਾਰੇ ਸਕ੍ਰੈਪ ਚੋਂ ਨਿਕਲੇ ਨੇ। ਆ ਜਿਹੜੀ ਸਾਈਡ ਤੇ ਸਪੋਰਟਾਂ ਲੱਗੀਆਂ ਪਾਈਪਸ, ਇਹ ਸਾਡੇ ਜਿਹੜੇ ਟਿਊਬਵੈੱਲ ਦੇ ਵਿੱਚੋਂ ਪਾਈਪ ਵੇਸਟ ਹੋ ਜਾਂਦੇ ਆ, ਉਹ ਪਾਈਪਸ ਨੇ। ਤੇ ਇਹ ਬਿਲਕੁਲ ਰੈਸਟਡ ਪਾਈਪ ਨੇ, ਉਹ ਜਿਨ੍ਹਾਂ ਨੂੰ ਅਸੀਂ ਪੋਲਿਸ਼ ਕਰਕੇ ਪੇਂਟ ਕਰਕੇ ਤੇ ਉਹਨੂੰ ਯੂਜ਼ ਕੀਤਾ ਹੈ। ਤੇ ਮਤਲਬ ਇਹ ਸਾਰਾ ਜਿਹੜਾ ਮਟੀਰੀਅਲ ਹੈ ਕੋਈ ਵੀ ਫਰੈਸ਼ ਨਹੀਂ ਹੈ, ਸਾਰਾ ਸਕ੍ਰੈਪ ਹੀ ਹੈ ਸਭ ਕੁਝ। ਇੱਕ ਤੁਹਾਨੂੰ ਹੋਰ ਖਾਸੀਅਤ ਦੱਸ ਦਈਏ ਇਸ ਦਾ ਰਿਸਾਈਕਲ ਕਾਫੀ ਕੈਫੇ ਦੀ, ਇਸ ਥਾਂ ਦੇ ਉੱਪਰ ਇੱਕ ਕਿਸ਼ਤੀ ਦਾ ਇਸਤੇਮਾਲ ਕੀਤਾ ਗਿਆ। ਕਿਸ਼ਤੀ ਦੇ ਵਿੱਚ ਬਹਿ ਕੇ ਤੁਸੀਂ ਬਿਲਕੁਲ ਜਿਹੜੇ ਨਦੀਆਂ ਦੇ ਵਿੱਚ ਜਿਸ ਤਰ੍ਹਾਂ ਕਿਸ਼ਤੀਆਂ ਚੱਲਦੀਆਂ ਸੀਗੀਆਂ ਓਪਨ ਦੇ ਵਿੱਚ ਹਨਾ, ਉਸ ਦੇ ਵਿੱਚ ਖਾਂਦੇ ਹੁੰਦੇ ਸੀਗੇ, ਤਾਂ ਉਸ ਤਰ੍ਹਾਂ ਦੀ ਜਿਹੜੀ ਆ ਲੁੱਕ ਦਿੱਤੀ ਗਈ ਆ ਉਰੇ। ਇਹ ਦਿਖ ਰਹੀ ਹੈ ਕਿਸ਼ਤੀ ਦਿਖ ਰਹੀ ਹੈ, ਕਿਸ਼ਤੀ ਕਿਸ ਤਰ੍ਹਾਂ ਤਿਆਰ ਹੋਈ ਆ ਉਰੇ। ਇਹ ਕਿੰਨਾ ਕੁ ਖਰਚਾ ਹੋ ਗਿਆ ਸੀਗਾ ਸਾਰਾ ਇਹ ਕਾਫੀ ਕੈਫੇ ਤਿਆਰ ਕਰਨ ਦੇ ਵਿੱਚ, ਇਹ ਵੀ ਪੁੱਛਣਾ ਚਾਹਾਂਗਾ ਮੈਂ। ਸਭ ਤੋਂ ਪਹਿਲਾਂ ਕਿਸ਼ਤੀ ਦੇ ਉੱਪਰ ਗੱਲਬਾਤ। ਹਾਂਜੀ ਹਾਂਜੀ, ਇਹ ਕਿਸ਼ਤੀ ਜਿਹੜੀ ਆ ਬੋਟ ਹੈ, ਵੈਸੇ ਤਾਂ ਸਾਡੇ ਕੋਲ ਪਹਿਲਾਂ ਦੀ ਬਣੀ ਹੈ, 2 ਸਾਲ ਪਹਿਲਾਂ ਦੀ ਬਣੀ ਸੀ, ਤੇ ਅਸੀਂ ਇਹਨੂੰ ਐਗਜ਼ੀਬਿਸ਼ਨ ਦੇ ਵਿੱਚ ਯੂਜ਼ ਕਰਦੇ ਸੀ। ਬਟ ਇਹ ਕਿਸ਼ਤੀ ਵੀ ਵੇਸਟ ਵੁੱਡ ਤੋਂ ਹੀ ਬਣਾਈ ਗਈ ਆ, ਔਰ
ਬੜੇ ਮਤਲਬ ਵਧੀਆ ਮਤਲਬ ਕਿਸੇ ਮਤਲਬ ਜਿਹੜਾ ਕਾਰਪੈਂਟਰ ਵੱਲੋਂ ਬਣਾਈ ਗਈ ਆ। ਤੇ ਤੁਸੀਂ ਦੇਖੋਗੇ ਇਹਦੇ ਵਿੱਚ ਪੂਰਾ ਇਹਦੇ ਵਿੱਚ ਸਿਟਿੰਗ ਏਰੀਆ ਵੀ ਰੱਖਿਆ ਗਿਆ। ਇਹ ਸਾਡਾ ਇੱਕ ਸੈਲਫੀ ਪੁਆਇੰਟ ਵੀ ਆ, ਪਲੱਸ ਇਹ ਯੂਜ਼ ਦੇ ਵਿੱਚ ਵੀ ਆਏਗੀ। ਇਹਦੇ ਵਿੱਚ ਘੱਟੋ ਘੱਟ 6 ਬੰਦੇ ਇਹਦੇ 'ਚ ਆਰਾਮ ਨਾਲ ਬੈਠ ਸਕਦੇ ਆ। ਔਰ ਇਹਨੂੰ ਬਣਾਉਣ ਦੇ ਪਿੱਛੇ ਸਾਡਾ ਮੰਤਵ ਇਹ ਸੀਗਾ ਕਿ ਜਿਹੜੀ ਇਹਦੇ ਪਿੱਛੇ ਜਿਹੜੀ ਬੈਕਗ੍ਰਾਉਂਡ ਤੇ ਜਿਹੜੀ ਸੀਨਰੀ ਬਣਾਈ ਗਈ ਉਹ ਵੀ ਦੇਖੋ, ਮਤਲਬ ਇੱਕ ਕਸ਼ਮੀਰ ਦਾ ਵਿਊ ਆ ਔਰ ਇੱਕ ਸ਼ਿਕਾਰਾ ਹੈ। ਔਰ ਇੱਥੇ ਜਦੋਂ ਲੋਕ ਇਹਦੇ ਵਿੱਚ ਬੈਠ ਕੇ ਕਾਫੀ ਪੀਣਗੇ ਤਾਂ ਉਹਨਾਂ ਨੂੰ ਇੱਕ ਕਸ਼ਮੀਰ ਦੀ ਫੀਲਿੰਗ ਆਏਗੀ। ਬਿਲਕੁਲ ਕਹਿ ਸਕਦੇ ਹਾਂ ਕਿ ਕਸ਼ਮੀਰ ਦੀ ਫੀਲਿੰਗ ਵਾਸਤੇ ਜਿਹੜਾ ਇਹ ਪੂਰਾ ਕਨਸੈਪਟ ਤਿਆਰ ਕੀਤਾ ਗਿਆ। ਇਸ ਪਾਸੇ ਦੀ ਗੱਲ ਕਰਾਂਗੇ, ਜਿਸ ਤਰ੍ਹਾਂ ਬੂਟਸ ਦਿਖਾਈ ਦੇ ਰਹੇ ਨੇ, ਜਿਹੜੇ ਉਹ ਹੁੰਦੇ ਨੇ ਮੇਰੇ ਖਿਆਲ 'ਚ ਲੈਂਟਰ ਵਗੈਰਾ ਪਾਉਣ ਵਾਸਤੇ ਆਉਂਦੇ ਨੇ ਨਾ ਮਿਸਤਰੀ, ਇਹ ਉਹ ਵਰਤਦੇ ਨੇ ਇਸ ਬੂਟਾਂ ਨੂੰ, ਹਨਾ। ਵੇਸਟ ਹੋ ਚੁੱਕੇ ਸੀ ਕਿ ਤੁਸੀਂ ਇਸ ਦਾ ਇਸਤੇਮਾਲ ਕੀਤਾ। ਹਾਂਜੀ ਹਾਂਜੀ, ਇਹ ਸਾਡੇ ਇਹ ਜਿਹੜੇ ਬੂਟਸ ਤੁਸੀਂ ਦੇਖ ਰਹੇ ਹੋ ਇਹ ਸਾਡੇ ਨਗਰ ਨਿਗਮ 'ਚ ਜਿਹੜੇ ਸਫਾਈ ਸੇਵਕ ਤੇ ਸੀਵਰਮੈਨ ਜਿਹੜੇ ਕੰਮ ਕਰਦੇ ਆ, ਸੀਵਰ ਦੇ ਵਿੱਚ ਵੜਦੇ ਨੇ, ਇਹ ਉਹਨਾਂ ਦੇ ਬੂਟ ਨੇ। ਜਿਹੜੇ ਇਹ ਬੂਟ ਜਿਹੜੇ ਆ ਹੁਣ ਇਹ ਨਕਾਰਾ ਹੋ ਚੁੱਕੇ ਕਿਉਂਕਿ ਇਹ ਥੱਲਿਓਂ ਲੀਕ ਹੋ ਗਏ ਆ ਤੇ ਇਹ ਪੋਟ ਮਤਲਬ ਫਲਾਵਰ ਪੋਟ ਲਈ ਬੜੇ ਸੂਟੇਬਲ ਨੇ। ਬਸ ਇਹ ਹੈ ਕਿ ਇੱਕ ਆਈਡੀਆ ਹੈ, ਇਹੀ ਆਈਡੀਆ ਅਸੀਂ ਘਰ ਵਿੱਚ ਇਹ ਅਪਲਾਈ ਕਰਦੇ। ਸਾਡੇ ਘਰਾਂ ਦੇ ਵਿੱਚ ਕਈ ਤਰ੍ਹਾਂ ਦਾ ਵੇਸਟ ਨਿਕਲਦਾ, ਜਿਹਦੇ ਵਿੱਚ ਗਿੱਲਾ ਮਤਲਬ ਵੈਟ ਵੇਸਟ ਵੀ ਨਿਕਲਦਾ ਔਰ ਡਰਾਈ ਵੇਸਟ ਵੀ। ਵੈਟ ਵੇਸਟ ਹੁੰਦਾ ਜਿਹੜਾ ਕਿਚਨ ਚੋਂ ਨਿਕਲਦਾ। ਡਰਾਈ ਵੇਸਟ ਦੇ ਵਿੱਚ ਬੋਤਲਾਂ, ਪਾਈਪਸ ਤੇ ਮਤਲਬ ਕਈ ਤਰ੍ਹਾਂ ਦੇ ਐਸੀ ਚੀਜ਼ਾਂ ਨਿਕਲਦੀਆਂ ਜਿਨ੍ਹਾਂ ਨੂੰ ਅਸੀਂ ਦੁਬਾਰਾ ਵਰਤੋਂ 'ਚ ਲਿਆ ਸਕਦੇ ਹਾਂ, ਉਹਨਾਂ ਨੂੰ ਅਸੀਂ ਰੀਸਾਈਕਲੇਬਲ ਵੇਸਟ ਕਹਿੰਦੇ ਆ। ਸੋ ਇਹ ਜਿਹੜਾ ਕੈਫੇ ਤੁਹਾਨੂੰ ਪਤਾ ਹੀ ਹੈ ਸਾਰਾ, ਅਸੀਂ ਮਤਲਬ ਹਾਊਸ ਹੋਲਡ ਵੇਸਟ ਤੇ ਮਾਰਕੀਟ ਦੇ ਜਿਹੜਾ ਕਚਰਾ ਨਿਕਲਦਾ, ਹੋਟਲਾਂ 'ਚੋਂ ਹਸਪੀਟਲਾਂ 'ਚੋਂ ਜਿਹੜਾ ਕਚਰਾ ਨਿਕਲਦਾ, ਉਹਨੂੰ ਦੁਬਾਰਾ ਕਿਸ ਤਰ੍ਹਾਂ ਵਰਤੋਂ 'ਚ ਬਿਊਟੀਫਿਕੇਸ਼ਨ 'ਚ ਲੈਣਾ, ਇਹ ਉਹੀ ਸਿਖਾਉਣ ਵਾਸਤੇ ਅਸੀਂ ਇਹ ਕੈਫੇ ਜਿਹੜਾ ਤਿਆਰ ਕੀਤਾ ਹੈ। ਬਿਲਕੁਲ ਰਿਸਾਈਕਲ ਵਸਤੂਆਂ ਤਾਂ ਦਿਖ ਵੀ ਰਹੀਆਂ ਨੇ, ਜਿਸ ਤਰ੍ਹਾਂ ਇਹ ਡਰਮ ਤੋਂ ਹਨਾ ਤੁਸੀਂ ਉਰੇ ਇਹ ਬਣਾ ਦਿੱਤਾ ਇਸ ਨੂੰ ਖੂਬਸੂਰਤ ਬਣਾਉਣ ਦੇ ਲਈ। ਕੈਮੀਕਲ ਦੇ ਡਰਮ ਨੇ ਸਾਰੇ, ਜਿਹੜੇ ਨੀਲੇ ਰੰਗ ਦੇ ਡਰਮ ਆਉਂਦੇ ਆ ਉੱਤੇ ਦੇਖੋ ਖੂਬਸੂਰਤ ਪੇਂਟ ਕਰਕੇ ਉਹਦੇ ਤੇ ਵਰਲੀ ਆਰਟ ਬਣਾ ਕੇ ਤੇ ਉਹਨੂੰ ਇਹ ਜਿਹੜੇ ਤੁਸੀਂ ਮਾਰਕੀਟ 'ਚ ਲੈਣ ਜਾਓਗੇ ਤੇ ਹਾਰਡਲੀ ਤੁਹਾਨੂੰ ਇਹ 100-200 ਦਾ ਮਿਲੇਗਾ। ਪਰ ਹੁਣ ਇੱਥੇ ਇਹਦੀ ਵੈਲਿਊ ਜਿਹੜੀ ਆ ਨਾ, ਇਹਦੀ ਤੁਸੀਂ ਵੈਲਿਊ ਕੀਮਤ ਇਹਦੀ ਤੁਸੀਂ ਅਕਾਊਂਟ ਨਹੀਂ ਕਰ ਸਕਦੇ ਇਹਦੀ। ਹੁਣ ਇਹ ਬਹੁਤ ਵੈਲਿਊਬਲ ਬਣ ਗਿਆ। ਇੱਕ ਤਾਂ ਮਤਲਬ ਪੌਟ ਦਾ ਕੰਮ ਦੇ ਰਹੇ ਨੇ, ਦੂਸਰਾ ਬਿਊਟੀ ਦੇ ਰਹੇ ਨੇ। ਬਿਲਕੁਲ ਕਹਿ ਸਕਦੇ ਹਾਂ ਕਿ ਦਾ ਰਿਸਾਈਕਲ ਕਾਫੀ ਕੈਫੇ ਦੀ ਜਿਹੜੀ ਇਹ ਖੂਬਸੂਰਤੀ ਇੱਥੇ ਚਾਰੇ ਪਾਸੇ ਤੁਹਾਨੂੰ ਦਿਖਾਈ ਦੇਗੀ। ਜਿਸ ਤਰ੍ਹਾਂ ਇਹ ਫਲਾਵਰ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਉਹਦੇ ਨੀਚੇ ਲਗਾਏ ਹੋਏ ਨੇ, ਹਾਂ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਰਿਸਾਈਕਲ ਵਸਤੂਆਂ ਦੇ ਵਿੱਚ ਜਿਹੜੇ ਪੌਦੇ ਲਗਾਏ ਹੋਏ ਨੇ, ਜਿਸ ਤਰ੍ਹਾਂ ਬੋਤਲਾਂ ਨੇ ਕੋਲਡ ਡਰਿੰਕ ਦੀਆਂ 2 ਲੀਟਰ ਵਾਲੀਆਂ ਤਾਂ ਉਸ ਦਾ ਇਸਤੇਮਾਲ ਕੀਤਾ ਗਿਆ, ਚਾਹੇ 5 ਲੀਟਰ ਵਾਲੀ ਬੋਤਲਾਂ ਦੀ ਗੱਲ ਕਰ ਲਈਏ ਤਾਂ ਹਰ ਚੀਜ਼ ਦਾ ਇਸਤੇਮਾਲ ਕਿਤੇ ਨਾ ਕਿਤੇ ਇਸ ਕੌਫੀ ਕੈਫੇ ਦੇ ਵਿੱਚ ਕੀਤਾ ਹੋਇਆ ਨਜ਼ਰ ਆ ਰਿਹਾ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਖੂਬਸੂਰਤੀ ਜਿਹੜੀ ਆ ਉਹ ਪੌਦਿਆਂ ਦੇ ਵਿੱਚ ਛਲਕਦੀ ਹੋਈ ਨਜ਼ਰ ਆ ਰਹੀ ਹੈ। ਤਾਂ ਉਸ ਪਾਸੇ ਵੀ ਚੱਲਾਂਗੇ ਆਪਾਂ, ਉਸ ਪਾਸੇ ਵੀ ਦਿਖਾਵਾਂਗੇ ਕਿ ਕਿਹੜਾ ਕੁਝ ਇਸਤੇਮਾਲ ਕੀਤਾ ਗਿਆ, ਕਿਹੜੀ ਵਸਤੂਆਂ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਗਈਆਂ ਨੇ, ਹੋਰ ਕੀ ਕੁਝ ਖਾਸ ਹੈ ਇਸ ਕੌਫੀ ਕੈਫੇ ਦੇ ਵਿੱਚ। ਹੋਰ ਇਹਦੇ ਵਿੱਚ ਜਿਹੜੀ ਸਾਹਮਣੇ ਤੁਸੀਂ ਵਾਲ ਦੇਖ ਰਹੇ ਹੋ, ਇਹ ਵਾਲ ਅਸੀਂ ਸਪੈਸ਼ਲ ਆਪਣੀ ਪੰਜਾਬੀ ਦੇ ਲਈ ਰੱਖੀ ਹੈ ਕਿ ਲੋਕ ਹੌਲੀ ਹੌਲੀ ਪੰਜਾਬੀ ਭਾਸ਼ਾ ਨੂੰ ਭੁੱਲਦੇ ਜਾ ਰਹੇ ਨੇ। ਜਿਹੜੀ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਕਨਵੈਂਟ ਸਕੂਲਾਂ 'ਚ ਜਾਣ ਕਰਕੇ ਉਹਨਾਂ ਨੂੰ ਪੰਜਾਬੀ ਦੇ ਬਾਰੇ ਪਤਾ ਹੀ ਨਹੀਂ ਹੈ। ਤੇ ਇਹਨੂੰ ਅਸੀਂ ਪੰਜਾਬੀ ਭਾਸ਼ਾ ਨੂੰ ਆਪਣੀ ਜਿਹੜੀ ਸਾਡੀ ਇੱਕ ਕੀ ਕਹਿੰਦੇ ਆ ਮਾਂ ਬੋਲੀ ਆ ਸਾਡੀ, ਮਤਲਬ ਮਦਰ ਲੈਂਗੁਏਜ ਹੈ, ਉਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਤੇ ਉਹ ਇੱਕ ਮੈਸੇਜ ਦੇਣ ਲਈ ਅਸੀਂ ਇੱਕ ਵਾਲ ਇਹਦੇ ਵਾਸਤੇ ਸਪੈਸ਼ਲ ਰੱਖੀ, ਉਹਨੂੰ ਬਿਊਟੀਫਾਈ ਕੀਤਾ ਹੈ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲੋ। ਤੇ ਇਹ ਤੁਸੀਂ ਦੇਖਿਆ ਹੋਵੇ ਅਸੀਂ ਸਪੈਸ਼ਲ ਇਹ ਤਖਤੀਆਂ ਦੇ ਉੱਤੇ ਪੁਰਾਣੇ ਸਮੇਂ ਦੇ ਵਿੱਚ ਅਸੀਂ ਤਖਤੀਆਂ ਯੂਜ਼ ਕਰਦੇ ਸੀ, ਉਹਨੂੰ ਸਪੈਸ਼ਲੀ ਤਖਤੀਆਂ ਤੇ ਬਣਾ ਕੇ ਲਿਖਿਆ ਤਾਂ ਕਿ ਲੋਕ ਇੱਥੋਂ ਕੁਝ ਸਿੱਖ ਕੇ ਵੀ ਜਾਣ, ਆਉਣ ਵਾਲੀ ਜਨਰੇਸ਼ਨ ਇੱਥੋਂ ਸਿੱਖ ਕੇ ਜਾਵੇ। ਬਿਲਕੁਲ, ਜਿਸ ਤਰ੍ਹਾਂ ਭਗਵੰਤ ਮਾਨ ਸਰਕਾਰ ਇੱਕ ਸੰਦੇਸ਼ ਦੇ ਰਹੀ ਹੈ ਕਿ ਪੰਜਾਬੀ ਬੋਲਣੀ ਸਕੂਲਾਂ ਦੇ ਵਿੱਚ ਅਤੇ ਦੁਕਾਨਾਂ ਦੇ ਵਿੱਚ ਲਾਜ਼ਮੀ ਕੀਤੀ ਜਾਏਗੀ, ਤਾਂ ਉਹ ਵੀ ਸੰਦੇਸ਼ ਇਹਨਾਂ ਦੀ ਤਰਫ ਤੋਂ ਦਿੱਤਾ ਗਿਆ ਹੈ ਕਿ ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਅਤੇ ਪੰਜਾਬੀ ਬੋਲੋ। ਅਤੇ ਬੱਚਿਆਂ ਦੇ ਲਈ ਸਪੈਸ਼ਲ ਇਸ ਥਾਂ ਦੇ ਉੱਪਰ ਤੁਸੀਂ ਦੇਖ ਰਹੇ ਹੋ ਜਿਹੜਾ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਊੜਾ ਐੜਾ, ਤਾਂ ਉਹ ਵੀ ਇੱਥੇ ਲੱਗਿਆ ਹੋਇਆ ਨਜ਼ਰ ਆ ਰਿਹਾ ਚਾਰਟ ਪੂਰਾ। ਤਾਂ ਪੰਜਾਬੀ ਮਾਂ ਬੋਲੀ ਨੂੰ ਵੀ ਪਿਆਰ ਇੱਥੇ ਕੌਫੀ ਕੈਫੇ ਦੇ ਵਿੱਚ ਦਿੱਤਾ ਗਿਆ ਹੈ। ਤਾਂ ਦੇਖ ਰਹੇ ਹੋ ਤੁਸੀਂ ਖੂਬਸੂਰਤੀ ਇਸ ਦਾ ਰਿਸਾਈਕਲ ਕੌਫੀ ਕੈਫੇ ਦੀ ਕਿ ਕਿਸ ਤਰ੍ਹਾਂ ਜਿਹੜਾ ਰਿਸਾਈਕਲ ਵਸਤੂਆਂ ਤੋਂ ਇਸ ਨੂੰ ਤਿਆਰ ਕੀਤਾ ਗਿਆ। ਤਾਂ ਇਸ ਦੀ ਜਾਣਕਾਰੀ ਦੇਣ ਦੇ ਲਈ ਇੱਕ ਉਰੇ ਮੈਪ ਵੀ ਲਗਾਇਆ ਹੋਇਆ ਹੈ ਕਿ ਕਿਸ ਤਰ੍ਹਾਂ ਜਿਹੜੀਆਂ ਵਸਤੂਆਂ ਇੱਥੇ ਇਸਤੇਮਾਲ ਕੀਤੀਆਂ ਗਈਆਂ ਨੇ, ਤਾਂ ਉਹ ਵੀ ਪੂਰਾ ਚਾਰਟ ਇੱਥੇ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ। ਦਿਖ ਰਿਹਾ ਹੈ ਕਿ ਕਿਹੜੀਆਂ ਵਸਤੂਆਂ ਇਸ ਦੇ ਵਿੱਚ ਇਸਤੇਮਾਲ ਕੀਤੀਆਂ ਗਈਆਂ ਨੇ। ਤਾਂ ਦੂਜੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾਵਾਂਗਾ ਕਿ ਇਹ ਸੀਟਿੰਗ ਸਿਸਟਮ ਇੱਕ ਹੋਰ ਬਣਾਇਆ ਗਿਆ ਇਸ ਥਾਂ ਦੇ ਉੱਪਰ। ਤਾਂ ਬਿਲਕੁਲ ਹੀ ਡਿਫਰੈਂਟ ਕਨਸੈਪਟ ਤੁਹਾਨੂੰ ਨਜ਼ਰ ਆਏਗਾ ਇਹ। ਤਾਂ ਇਸ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਤਿਆਰ ਹੋਇਆ, ਕੀ ਕੁਝ ਇਸ ਦੇ ਵਿੱਚ ਵਸਤੂਆਂ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਗਈਆਂ ਨੇ। ਤਾਂ ਇਸ ਦੇ ਬਾਰੇ ਮੈਂ ਜਾਣਕਾਰੀ ਲੈਣੀ ਚਾਹਾਂਗਾ ਕਿਸ ਤਰ੍ਹਾਂ ਇਹ ਇਸਤੇਮਾਲ ਕੀਤਾ ਗਿਆ ਇਸ ਵਿੱਚ ਮਟੀਰੀਅਲ।
ਇਸ ਕਾਰਨਰ ਦੀ ਜੇ ਤੁਹਾਨੂੰ ਮੈਂ ਪਹਿਲੀ ਤਸਵੀਰ ਦਿਖਾਵਾਂਗੇ ਤੁਸੀਂ ਇਮੇਜਿਨ ਨਹੀਂ ਕਰ ਸਕੋਗੇ ਵੀ ਇਹ ਉਹੀ ਕਾਰਨਰ ਆ। ਲੋਕ ਇੱਥੇ ਕਾਰਨਰ ਦੇ ਵਿੱਚ ਪਹਿਲਾਂ ਕਚਰਾ ਸੁੱਟਦੇ ਸੀ, ਪਰ ਇਹ ਕਾਰਨਰ ਜਿਹੜੀ ਸਾਡੀ ਸਭ ਤੋਂ ਜ਼ਿਆਦਾ ਹੁਣ ਮਤਲਬ ਬਿਊਟੀਫੁਲ ਕਾਰਨਰ ਬਣ ਗਈ ਆ। ਇਹਨੂੰ ਅਸੀਂ ਬੜੀ ਮਤਲਬ ਨੈਚੁਰਲ ਜਿਹੜੀ ਟ੍ਰੈਡੀਸ਼ਨਲ ਸਾਡੀ ਪੁਰਾਣੇ ਸਮਿਆਂ ਦੀ ਜਿਹੜੀ ਲੁੱਕ ਇਹਨੂੰ ਦੇਣ ਦੀ ਕੋਸ਼ਿਸ਼ ਕੀਤੀ ਆ। ਇਹਦੇ ਉੱਤੇ ਸਪੈਸ਼ਲ ਅਸੀਂ ਆਪਾਂ ਫੂਸ ਦੀ ਜਿਹੜੀ ਛੱਤ ਪਾਈ ਆ, ਔਰ ਇਹਦੇ ਵਿੱਚ ਘੱਟੋ ਘੱਟ ਨਹੀਂ ਤੇ ਇਹਦੇ ਵਿੱਚ 12 ਬੰਦੇ ਆਰਾਮ ਨਾਲ ਬੈਠ ਕੇ ਇੱਥੇ ਇਹਦਾ ਇੰਜੋਏ ਕਰ ਸਕਦੇ। ਇਹਦੇ ਵਿੱਚ ਅਸੀਂ ਸਾਰੇ ਕੈਫੇ ਦੇ ਵਿੱਚ ਵੀ ਔਰ ਇਹਦੇ ਵਿੱਚ ਵੀ ਸਾਰਾ 뮤직 ਸਿਸਟਮ ਔਰ ਲਾਈਟਾਂ ਦਾ ਇੰਤਜ਼ਾਮ ਕੀਤਾ ਹੋਇਆ। ਤੇ ਜਦੋਂ ਇਹ ਸਟਾਰਟ ਹੋਏਗਾ ਕੈਫੇ ਤੇ ਇਹਦੇ ਵਿੱਚ ਅਲੱਗ ਹੀ ਇਹਦਾ ਤੁਹਾਨੂੰ ਮਜ਼ਾ ਆਏਗਾ ਜਦੋਂ ਚੱਲੇਗਾ। ਮੈਂ ਕਹਿ ਸਕਦਾ ਕਿ ਜਦੋਂ ਇਹ ਤਿਆਰ ਹੋਏਗਾ ਨਾ ਪੂਰਾ ਚੱਲ ਪਏਗਾ ਕਨਸੈਪਟ ਪੂਰਾ ਨਾ, ਲੋਕ ਆਣੇ ਸ਼ੁਰੂ ਹੋ ਜਾਣਗੇ ਤਾਂ ਨੌਜਵਾਨਾਂ ਨੂੰ ਵੀ ਰੋਜ਼ਗਾਰ ਮਿਲੇਗਾ ਇਸ ਥਾਂ ਦੇ ਉੱਪਰ। ਇਹ ਅਸੀਂ ਬਣਾਇਆ ਹੀ ਇਸੇ ਜਿਹੜੇ ਪਰਪਸ ਦੇ ਨਾਲ ਹੈ, ਨਾਟ ਓਨਲੀ ਫॉर ਬਿਊਟੀਫਿਕੇਸ਼ਨ ਲਈ। ਇਹਦਾ ਸਾਡਾ ਜਿਹੜਾ ਮਤਲਬ ਮੋਟਿਵ ਇਹੀ ਆ ਕਿ ਇਹਦੇ ਵਿੱਚ ਘੱਟੋ ਘੱਟ ਨਹੀਂ ਤੇ 10 ਪਰਿਵਾਰਾਂ ਨੂੰ ਰੁਜ਼ਗਾਰ ਮਿਲੇਗਾ। ਇਹ ਬੜਾ ਵਧੀਆ ਇੱਕ ਐਂਟਰਪ੍ਰੈਨਿਓਰ ਮਾਡਲ ਬਣੇਗਾ ਜਿਹਦੇ ਵਿੱਚ ਕਿਸੇ ਨੇ ਵੀ ਕੋਈ ਨਵਾਂ ਸਟਾਰਟਅਪ ਸ਼ੁਰੂ ਕਰਨਾ ਹੈ। ਜਿਹੜੇ ਅੱਜ ਕੱਲ ਮਤਲਬ ਰੁਜ਼ਗਾਰ ਯੋਜਨਾ ਕਈ ਤਰ੍ਹਾਂ ਦੀਆਂ ਰੁਜ਼ਗਾਰ ਯੋਜਨਾਵਾਂ ਚਲਾਈਆਂ, ਉਹਦੇ ਤਹਿਤ ਹੀ ਅਸੀਂ ਤਿਆਰ ਕੀਤਾ ਹੈ ਵੀ ਇਹ ਵੀ ਇੱਕ ਸੈਲਫ ਹੈਲਪ ਗਰੁੱਪ ਨੂੰ ਹੈਂਡਓਵਰ ਕੀਤਾ ਜਾਊਗਾ ਤਾਂ ਕਿ ਘੱਟੋ ਘੱਟ 8 ਤੋਂ 10 ਬੰਦੇ ਇਹਦੇ ਨਾਲ ਰੋਟੀ ਖਾ ਸਕਣ। ਰੀਸਾਈਕਲ ਵਸਤੂਆਂ ਦਾ ਤੁਸੀਂ ਇਸਤੇਮਾਲ ਕਰ ਲਈਆਂ ਇਸ ਦੇ ਵਿੱਚ ਹੈ ਨਾ, ਪੂਰੇ ਕਾਫੀ ਕੈਫੇ ਦੇ ਵਿੱਚ ਬਣਾ ਵੀ ਲਿੱਤਾ, ਤਿਆਰ ਵੀ ਹੋ ਗਿਆ ਪੂਰਾ ਕਨਸੈਪਟ। ਮੈਂ ਪੁੱਛਣਾ ਚਾਹਾਂਗਾ ਲਾਗਤ ਕਿੰਨੀ ਕੁ ਲੱਗੀ, ਕਿਉਂਕਿ ਉਹ ਵੇਸਟ ਵਸਤੂਆਂ ਨੂੰ ਲਗਾਉਣਾ ਇਸ ਦੇ ਵਿੱਚ ਹੈ ਨਾ, ਕਨਸੈਪਟ ਪੂਰਾ ਤਿਆਰ ਕਰਨਾ ਤਾਂ ਲਾਗਤ ਤਾਂ ਜ਼ਰੂਰ ਲੱਗੀ ਹੋਏਗੀ। ਉਹ ਕਿਸ ਤਰ੍ਹਾਂ ਮੈਨੇਜ ਹੋਈ ਹੈ, ਕਿੰਨੀ ਕੁ ਲਾਗਤ ਲੱਗ ਚੁੱਕੀ ਹੈ ਇਸ ਦੇ ਵਿੱਚ? ਹਾਂਜੀ ਹਾਂਜੀ, ਨੈਚੁਰਲੀ ਇਹਨੂੰ ਕਹਿਣਾ ਹੀ ਹੈ ਵੇਸਟ ਚੀਜ਼ਾਂ ਆ, ਪਰ ਵੇਸਟ ਚੀਜ਼ਾਂ ਨੂੰ ਜਦੋਂ ਅਸੀਂ ਵਰਤੋਂ 'ਚ ਲਿਆਉਂਦੇ ਆ ਉਹਦੇ ਤੇ ਬੜੀ ਲੇਬਰ ਲੱਗਦੀ ਹੈ, ਕਿਉਂਕਿ ਇਹ ਜਿੰਨਾ ਵੀ ਤੁਸੀਂ ਦੇਖ ਰਹੇ ਹੋ ਇੱਕ ਆਰਟ ਵਰਕ ਹੈ। ਆਰਟ ਵਰਕ ਦੀ ਕੋਈ ਟਾਈਮ ਲਿਮਿਟ ਨਹੀਂ ਹੁੰਦੀ ਵੀ ਕਦੋਂ ਫਿਨਿਸ਼ ਹੋਏਗਾ। ਔਰ ਇੱਕ ਇੱਕ ਤੁਸੀਂ ਦੇਖ ਰਹੇ ਹੋ ਡਰਮ ਨੂੰ ਜਦੋਂ ਅਸੀਂ ਪੇਂਟ ਕਰਦੇ ਆ ਕੰਮ 'ਚ ਲਿਆਉਂਦੇ ਵਰਤੋਂ 'ਚ, ਤੇ ਉਹਨੂੰ ਪਹਿਲਾਂ ਸਿੱਧਾ ਕਰਕੇ ਫਿਰ ਉਹਨੂੰ ਪ੍ਰਾਈਮਰ ਕਰਕੇ ਉਹਦੇ ਤੇ ਪੇਂਟ ਕਰਕੇ ਪਾਲਿਸ਼ ਕਰਕੇ ਉਹਦੇ ਉੱਤੇ ਪੇਂਟਿੰਗ ਆਰਟ ਵਰਕ ਕਰਕੇ ਫਿਰ ਉਹਦੇ ਵਿੱਚ ਗਰੋ ਬੈਗਸ ਰੱਖੇ ਗਏ ਆ, ਫਿਰ ਉਹਦੇ 'ਚ ਮਿੱਟੀ ਪਾਈ ਗਈ, ਬੂਟੇ ਲਾਏ। ਮਤਲਬ ਇੱਕ ਇੱਕ ਡਰਮ ਨੂੰ ਘੱਟੋ ਘੱਟ ਨਹੀਂ 2-2 3-3 ਦਿਨ ਲੱਗੇ ਆ ਸਾਡੇ ਕੋਲ। ਮਤਲਬ ਇਹ ਸਿੰਪਲ ਨਹੀਂ, ਇਹਦੇ 'ਚ ਮੇਨਲੀ ਲੇਬਰ ਦਾ ਹੀ ਕੰਮ ਆ ਤੇ ਲੇਬਰ ਕਰਕੇ ਸਾਡੇ ਤੇ ਇਹਦੇ ਤੇ ਹੁਣ ਤੱਕ ਦਾ ਮਤਲਬ ਸਾਡੇ 3.5 ਤੋਂ 4 ਲੱਖ ਦਾ ਖਰਚਾ ਆ ਚੁੱਕਿਆ। ਮਤਲਬ 4 ਲੱਖ ਰੁਪਇਆ ਲੱਗ ਚੁੱਕਿਆ ਪੂਰੀ ਤਰ੍ਹਾਂ ਇਸ ਤੇ। ਦੇਖਿਆ ਜਾਵੇ ਜੇ ਐਡਾ ਵੱਡਾ ਹੁਣ 500 ਗਜ ਦੀ ਇਹਦਾ ਏਰੀਆ ਵਾ ਤੇ ਉਹਦੇ ਵਿੱਚ ਐਡਾ ਵੱਡਾ ਕੈਫੇ ਸ਼ੁਰੂ ਹੋਣਾ, ਇੰਨੇ ਲੋਕਾਂ ਨੂੰ ਰੁਜ਼ਗਾਰ ਮਿਲਣਾ, ਦੇਖਿਆ ਜਾਵੇ ਮਤਲਬ ਨਥਿੰਗ ਕੋਈ ਜ਼ਿਆਦਾ ਕਾਸਟ ਨਹੀਂ ਆ। ਔਰ ਇੰਨੀ ਕੀ ਕਾਸਟ ਦੇ ਵਿੱਚ ਕਿਸੇ 10 ਬੰਦਿਆਂ ਨੂੰ ਰੁਜ਼ਗਾਰ ਮਿਲ ਜੇ ਤੇ ਉਹ ਨੈਚੁਰਲੀ ਇੱਕ ਵੰਡਰਫੁਲ ਚੀਜ਼ ਹੋਏਗੀ ਤੁਹਾਡੇ ਲਈ। ਤੁਸੀਂ ਉਦਘਾਟਨ ਦੀ ਗੱਲ ਵੀ ਕਰ ਰਹੇ ਸੀਗੇ, ਇਨੋਗ੍ਰੇਸ਼ਨ ਦੀ ਗੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਕਰਨਗੇ ਇਸ ਦੀ, ਹੈ ਨਾ? ਨਹੀਂ, ਉਹ ਸੀਗਾ ਉਹਨਾਂ ਦੇ ਮਤਲਬ ਸ਼ਡਿਊਲ 'ਚ ਤਾਂ ਨਹੀਂ ਸੀ, ਵੈਸੇ ਉਹਨਾਂ ਨੂੰ ਮਤਲਬ ਦੱਸਿਆ ਜਾਣਾ ਸੀ, ਬਟ ਉਹਨਾਂ ਕੋਲ ਉਸ ਦਿਨ ਟਾਈਮ ਥੋੜਾ ਹੋਣ ਕਰਕੇ ਉਹ ਇੱਥੇ ਆ ਨਹੀਂ ਸਕੇ। ਬਿਲਕੁਲ ਕਹਿ ਸਕਦੇ ਹਾਂ ਕਿ ਰਿਸਾਈਕਲ ਵਸਤੂਆਂ ਨੂੰ ਇੱਕ ਇੱਕ ਥਾਂ ਦੇ ਉੱਪਰ ਲਗਾਉਣਾ, ਉਸ ਨੂੰ ਖੂਬਸੂਰਤੀ ਦੇਣਾ ਇੱਕ ਵੱਡਾ ਕਦਮ ਹੈ, ਕਿਉਂਕਿ ਜਿਸ ਤਰ੍ਹਾਂ ਆਪਾਂ ਸੁੱਟ ਦਿੰਦੇ ਹਾਂ ਜਿਹੜੀਆਂ ਵਸਤੂਆਂ ਨੂੰ, ਤਾਂ ਉਸ ਦਾ ਇਸਤੇਮਾਲ ਕਰਕੇ ਇਹਨਾਂ ਨੇ ਦਾ ਰਿਸਾਈਕਲ ਕਾਫੀ ਕੈਫੇ ਜਿਹੜਾ ਪਟਿਆਲਾ ਦੇ ਮਾਡਲ ਟਾਊਨ ਟੈਗੋਰ ਥੀਏਟਰ ਰੋਡ ਦੇ ਉੱਪਰ ਬਣਾਇਆ ਹੈ। ਪਟਿਆਲਾ ਨੂੰ ਬੇਸ਼ੱਕ ਕਿਹਾ ਜਾਂਦਾ ਸੀ ਪਹਿਲਾਂ ਬਾਗਾਂ ਦਾ ਸ਼ਹਿਰ, ਕਿਤੇ ਨਾ ਕਿਤੇ ਹੁਣ ਕਾਫੀ ਜਿਹੜਾ ਉਹ ਵਿਛੜਦਾ ਹੋਇਆ ਨਜ਼ਰ ਆ ਰਿਹਾ। ਜਿਸ ਤਰ੍ਹਾਂ ਭਗਵੰਤ ਮਾਨ ਵੀ ਪਟਿਆਲਾ ਪਹੁੰਚੇ ਸੀ, ਉਹਨਾਂ ਨੇ ਵੀ ਕਿਹਾ ਸੀਗਾ ਕਿ ਬਾਗਾਂ ਦਾ ਸ਼ਹਿਰ ਪਟਿਆਲਾ ਮੰਨਿਆ ਜਾਂਦਾ ਸੀ, ਲੇਕਿਨ ਹੁਣ ਕੁਝ ਕਾਰਨਾਂ ਕਰਕੇ ਬਾਗਾਂ ਦਾ ਸ਼ਹਿਰ ਨਹੀਂ ਰਿਹਾ। ਲੇਕਿਨ ਉਸ ਸ਼ਹਿਰ ਨੂੰ ਬਾਗਾਂ ਦਾ ਸ਼ਹਿਰ ਬਣਾਉਣ ਦੇ ਲਈ ਇਹ ਕਾਫੀ ਕੈਫੇ ਦੀ ਸ਼ੁਰੂਆਤ ਜਿਹੜੀ ਹੈ ਪਟਿਆਲਾ ਦੇ ਵਿੱਚੋਂ ਹੋਈ ਹੈ। ਤੁਸੀਂ ਦੇਖ ਰਹੇ ਹੋ ਹਰ ਇੱਕ ਚੀਜ਼ ਜਿਹੜੀ ਹੈ ਉਰੇ ਪੂਰੀ ਤਰ੍ਹਾਂ ਤਿਆਰ ਕੀਤੀ ਗਈ ਹੈ। ਇਹ ਪੇਂਟਿੰਗ ਦਿਸਦੀ ਰਹੀ ਹੈ ਉਰੇ ਕਿ ਜਿਸ ਤਰ੍ਹਾਂ ਇਹ ਵੀ ਸਾਰਾ ਰਿਸਾਈਕਲ ਵਸਤੂਆਂ ਤੋਂ ਤਿਆਰ ਕੀਤਾ ਗਿਆ। ਕੀ ਵਸਤੂ ਇਸਤੇਮਾਲ ਹੋਈ ਹੈ ਇਸ ਦੇ ਵਿੱਚ, ਮੈਂ ਪੁੱਛਣੀ ਚਾਹਾਂਗਾ। ਇਹਦੇ ਵਿੱਚ ਵੀ ਸਕ੍ਰੈਪ ਤੋਂ ਜਿਹੜੀ ਲੱਗੀ ਹੈ, ਇਹ ਸ਼ੀਟ ਹੈ, ਸਟੀਲ ਦੀ ਸ਼ੀਟ ਹੈ, ਚੱਦਰ ਹੈਗੀ ਆ, ਉਹ ਵੀ ਸਾਰੀ ਸਕ੍ਰੈਪ ਤੋਂ ਯੂਜ਼ ਕੀਤੀ ਆ। ਹੁਣ ਇਹ ਖੱਬੇ ਪਾਸੇ ਮੇਰੇ ਦੇਖ ਰਹੇ ਹੋ ਜਿਹੜਾ ਕੈਫੇ ਦੇ ਲਈ ਸਪੈਸ਼ਲ ਜਿਹੜੀ ਚੀਜ਼ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਇਹ ਜਿਹੜਾ ਰੂਮ ਜਿਹੜਾ ਇਹ ਪਹਿਲਾਂ ਇਹ ਪੰਪ ਹਾਊਸ ਹੁੰਦਾ, ਇਹ ਪੰਪ ਰੂਮ ਸੀਗਾ, ਜਿਹੜਾ ਕਿ ਹੁਣ ਇਹਨੂੰ ਉਸ ਪਹਿਲਾਂ ਤਾਂ ਇਹ ਮਿਸਯੂਜ਼ ਹੋ ਰਿਹਾ ਸੀ, ਪਰ ਇਹ ਮੇਨ ਸੜਕ ਤੇ ਹੋਣ ਕਰਕੇ ਇਹਦੇ ਆਲੇ ਦੁਆਲੇ ਅਸੀਂ ਸਰਾਊਂਡਿੰਗ ਏਰੀਆ ਨੇ ਸਾਰਾ ਕੈਫੇ ਦੀ ਇੱਕ ਲੁੱਕ ਦਿੱਤੀ ਆ। ਔਰ ਇਹ ਜਿਹੜਾ ਐਜ਼ ਏ ਕਿਚਨ ਯੂਜ਼ ਕਰਾਂਗੇ। ਤੇ ਅੱਜ ਕੱਲ੍ਹ ਵੈਸੇ ਵੀ ਜਿਹੜੇ ਟਿਊਬਵੈੱਲਾਂ ਸਮਰਸੀਬਲ ਆਉਣ ਕਰਕੇ ਰੂਮ ਦੀ ਜ਼ਰੂਰਤ ਨਹੀਂ ਹੈ, ਤਾਂ ਇਸ ਰੂਮ ਨੂੰ ਅਸੀਂ ਮਤਲਬ ਕੈਫੇ ਦੇ ਮਤਲਬ ਵਰਤੋਂ ਦੇ ਵਿੱਚ ਲਿਆਵਾਂਗੇ। ਤੇ ਇਹ ਸਾਡੇ ਲਈ ਇਹ ਏਸੀ ਕੈਫੇ ਦੀ ਸਭ ਤੋਂ ਜ਼ਿਆਦਾ ਮੇਨ ਅਟਰੈਕਸ਼ਨ ਇਹੀ ਆ ਕਿ ਇੱਕ ਤਾਂ ਜਿਹੜਾ ਟਿਊਬਵੈੱਲ ਦਾ ਕਮਰਾ ਹੈ ਵਰਤੋਂ 'ਚ ਆ ਗਿਆ, ਦੂਸਰਾ ਜਿਹੜੀ ਇਹ ਜਗ੍ਹਾ ਜਿਹੜੀ ਜਿੱਥੇ ਲੋਕ ਗੰਦਗੀ ਸੁੱਟਦੇ ਸੀ ਇਹਨੂੰ ਵੀ ਦੁਬਾਰਾ ਵਰਤੋਂ 'ਚ ਬਿਊਟੀਫਾਈ ਕਰਕੇ ਵਰਤੋਂ 'ਚ ਲਿਆਂਦਾ ਸੀ। ਮੈਂ ਬਿਲਕੁਲ ਕਹਿਣਾ ਚਾਹਾਂਗਾ ਕਿ ਬੜਾ ਹੀ ਸ਼ਲਾਘਾਯੋਗ ਕਦਮ ਹੈ ਤੁਹਾਡਾ ਕਿ ਇਹ ਜਿਹੜਾ ਕਨਸੈਪਟ ਤੁਹਾਨੂੰ ਮਿਲਿਆ ਸੀ ਉਸ ਦੇ ਉੱਪਰ ਤੁਸੀਂ ਵਰਕ ਕਰਕੇ, ਤੁਹਾਡੀ ਟੀਮ ਨੇ ਵਰਕ ਕਰਕੇ
ਇਸ ਨੂੰ ਇਹ ਰੂਪ ਦੇ ਦਿੱਤਾ ਕਿ ਅੱਜ ਲੱਖਾਂ ਲੋਕ ਇਸ ਨੂੰ ਦੇਖਣ ਦੇ ਲਈ ਮਜਬੂਰ ਹੋ ਜਾਣਗੇ, ਇੱਥੇ ਆਉਣ ਦੇ ਲਈ ਮਜਬੂਰ ਹੋ ਜਾਣਗੇ। ਜਦੋਂ ਤਸਵੀਰਾਂ ਦੇਖਣਗੇ ਕਿ ਰਿਸਾਈਕਲ ਵਸਤੂਆਂ ਤੋਂ ਇਹ ਚੀਜ਼ ਤਿਆਰ ਹੋਈ ਆ ਤਾਂ ਜ਼ਰੂਰ ਇੱਥੇ ਪਹੁੰਚਣਗੇ। ਤਸਵੀਰ ਇੱਕ ਵਾਰ ਮੈਂ ਫਿਰ ਤੋਂ ਦਿਖਾਣੀ ਚਾਹਾਂਗਾ ਇਸ ਦਾ ਰਿਸਾਈਕਲ ਕਾਫੀ ਕੈਫੇ ਦੀ, ਕਿ ਕਿਸ ਤਰ੍ਹਾਂ ਇਹ ਤਿਆਰ ਕੀਤਾ ਗਿਆ ਰਿਸਾਈਕਲ ਵਸਤੂਆਂ ਤੋਂ। ਤਾਂ ਨਗਰ ਨਿਗਮ ਦੇ ਐਕਸ਼ਨ ਦਲੀਪ ਕੁਮਾਰ ਹੋਣੀ ਤਾਂ ਉਹਨਾਂ ਦੀ ਟੀਮ ਦੀ ਤਰਫ ਤੋਂ ਇਹ ਕਨਸੈਪਟ ਜਿਹੜਾ ਮਿਲਿਆ ਸੀਗਾ ਤਾਂ ਉਸ ਦੇ ਉੱਪਰ ਵਰਕ ਕਰਕੇ ਉਸ ਨੂੰ ਤਿਆਰ ਕੀਤਾ ਗਿਆ ਪੂਰੀ ਤਰ੍ਹਾਂ। ਤੁਸੀਂ ਦੇਖ ਰਹੇ ਹੋ ਕਿ ਪੂਰੀ ਤਰ੍ਹਾਂ ਇਸ ਦੇ ਵਿੱਚ ਕੋਈ ਵੀ ਨਵੀਂ ਵਸਤੂ ਯੂਜ਼ ਨਹੀਂ ਕੀਤੀ ਗਈ, ਬਲਕਿ ਰਿਸਾਈਕਲ ਵਸਤੂਆਂ ਜਿਹੜੀਆਂ ਸੀਗੀਆਂ ਤਾਂ ਉਸ ਦਾ ਇਸਤੇਮਾਲ ਕੀਤਾ ਗਿਆ। ਉਸ ਤੋਂ ਇਹ ਕਾਫੀ ਕੈਫੇ ਜਿਹੜਾ ਮਾਡਲ ਟਾਊਨ ਦੇ ਨਜ਼ਦੀਕ ਗੋ ਥੀਏਟਰ ਰੋਡ ਦੇ ਉੱਪਰ ਬਣਾਇਆ ਗਿਆ, ਜਿਸ ਦੀ ਹਜੇ ਉਦਘਾਟਨ ਹੋਣਾ ਬਾਕੀ ਹੈ, ਲੇਕਿਨ ਕੰਮ ਜਿਹੜਾ ਮੁਕੰਮਲ ਹੋ ਚੁੱਕਿਆ ਹੈ। ਰਿਸਾਈਕਲ ਵਸਤੂਆਂ ਦਾ ਇਸਤੇਮਾਲ ਕਰਕੇ ਇਹ ਕਾਫੀ ਕੈਫੇ ਜਿਹੜਾ ਬਣਾਇਆ ਗਿਆ। ਪਟਿਆਲਾ ਤੋਂ ਕੈਮਰਾ ਪਰਸਨ ਵਿਪਿਨ ਮਹਿਰਾ ਦੇ ਨਾਲ ਕਵਲਜੀਤ ਕੰਬੋਜ, ਜਗਬਾਨੀ ਟੀਵੀ ਪਟਿਆਲਾ।